Hello friends, Sat Sri Akal. Welcome to Race Academy Official. My name is Ajay Sidana and I welcome you all to this YouTube channel. So, I am here with my current affairs, that is weekly current affair class for PPSC exam and specially for the upcoming exam, that is NAB ਤਹਿਸੀਲਦਾਰ। ਸੋ ਜਿਹੜੇ ਵੀ ਐਗਜ਼ਾਮ ਦੇ ਵਿੱਚ ਕਰੰਟ ਅਫੇਅਰ ਜਿਹੜਾ ਹੈ ਪੁੱਛਿਆ ਜਾਂਦਾ ਹੈ, ਜਨਰਲ ਨੌਲੇਜ ਪੁੱਛੀ ਜਾਂਦੀ ਹੈ, ਜਨਰਲ ਅਵੇਅਰਨੈਸ ਪੁੱਛੀ ਜਾਂਦੀ ਹੈ, ਉਸ ਕਲਾਸ ਦੇ ਵਿੱਚ ਜਿਹੜਾ ਹੈ ਕਰੰਟ ਇਸ਼ੂਜ਼ ਜਿਹੜੇ ਹੁੰਦੇ ਆ, ਸਪੈਸ਼ਲੀ ਬਰਨਿੰਗ ਇਸ਼ੂਜ਼ ਤੇ ਡੇਲੀ ਦੇ ਨਿਊਜ਼ਪੇਪਰਸ ਦੇ ਵਿੱਚ ਜਾਂ ਵੀਕਲੀ ਅਗਰ ਆਪਾਂ ਕਹੀਏ ਕਿ ਕੀ ਚੀਜ਼ਾਂ ਹੈਪਨ ਹੋਈਆਂ ਤਾਂ ਉਹ ਆਪਾਂ ਸਾਰੀਆਂ ਚੀਜ਼ਾਂ ਇਸ ਕਲਾਸ ਦੇ ਵਿੱਚ, ਇਸ ਵੀਕਲੀ ਕਲਾਸ ਦੇ ਵਿੱਚ ਅਗਰ ਮੈਂ ਕਹਾਂ ਤਾਂ ਆਪਾਂ ਡਿਸਕਸ ਕਰਦੇ ਹਾਂ। ਠੀਕ ਹੈ ਜੀ। ਸੋ ਚਲੋ ਫਿਰ ਆਪਾਂ ਅੱਜ ਦਾ ਲੈਕਚਰ ਆਪਣਾ ਸਟਾਰਟ ਕਰਦੇ ਹਾਂ। ਸੋ weekly GK class for PPSC exam. Today is Sunday, that is 10th January. So this class as ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਪਿਛਲੀਆਂ ਦੋ ਕਲਾਸਿਸ ਵੀ ਲਗਾ ਲਈਆਂ ਹੋਣਗੀਆਂ, ਅਗਰ ਨਹੀਂ ਲਗਾਈਆਂ ਤਾਂ ਜ਼ਰੂਰ ਲਗਾਓ। ਇਹ ਕਲਾਸ ਇੰਪੋਰਟੈਂਟ ਰਹੇਗੀ PCS ਪ੍ਰੀ ਲਈ, ਨੈਬ ਤਹਿਸੀਲਦਾਰ ਦੇ ਐਗਜ਼ਾਮ ਲਈ ਜਾਂ ਹੋਰ ਕਿਸੇ ਵੀ ਐਗਜ਼ਾਮ ਲਈ ਜਿੰਦੇ ਵਿੱਚ GK ਜਾਂ GA ਜਿਹੜੀ ਹੈ ਉਹ ਪੁੱਛੀ ਜਾਂਦੀ ਹੈ। GA ਕੀ ਹੁੰਦੀ ਹੈ ਇਹ ਮੈਂ ਤੁਹਾਨੂੰ ਪਿਛਲੀਆਂ ਦੋ ਕਲਾਸਿਸ ਦੇ ਵਿੱਚ ਦੱਸ ਚੁੱਕਿਆ। ਜਨਰਲ ਅਵੇਅਰਨੈਸ इज दी नॉलेज ऑफ दी करंट इशूज और दी करंट इवेंट्स। जो करंट इवेंट अपने अराउंड अपनी स्टेट दे विच, अपनी कंट्री दे विच, पूरे वर्ल्ड दे विच जो हैपन हो रहे हैं उन्हां बारे कंप्लीट जिहड़ी जनरल नॉलेज है उन्होंने कहते हैं आपां जनरल अवेयरनेस। सो ਅੱਜ ਦੇ ਲੈਕਚਰ ਦਾ ਟੇਬਲ ਆਫ ਕੰਟੈਂਟ ਕੀ ਰਹੇਗਾ? ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਬਰਨਿੰਗ ਇਸ਼ੂਜ਼ ਆਫ ਦੀ ਵੀਕ। ਸੋ ਪੂਰੇ ਵੀਕ ਦੇ ਵਿੱਚ ਕੀ ਮੇਜਰ ਇਸ਼ੂਜ਼ ਰਹੇ, ਕੀ ਮੇਜਰ ਜਿਹੜੀਆਂ ਨਿਊਜ਼ ਰਹੀਆਂ ਜਿਨ੍ਹਾਂ ਨੇ ਹੈਡਲਾਈਨਸ ਬਣਾਈਆਂ ਤੇ ਜਿਨ੍ਹਾਂ ਨੂੰ ਸਕਿਪ ਕਰਨਾ ਇੱਕ ਐਸਪਾਇਰੈਂਟ ਲਈ ਸਹੀ ਨਹੀਂ ਹੋਏਗਾ, ਕਿਉਂਕਿ ਉਹਨਾਂ ਨਿਊਜ਼ ਚੋਂ ਤੇ ਉਹਨਾਂ ਨਾਲ ਰਿਲੇਟ ਕਰਦੀ ਹੋਈ ਫਰਦਰ ਜੀਕੇ ਤੋਂ ਆਉਣ ਵਾਲੇ ਐਗਜ਼ਾਮ ਦੇ ਵਿੱਚ ਕੁਐਸਚਨਸ ਪੁੱਛੇ ਜਾਣਗੇ। ਸੋ ਆਪਾਂ ਉਹ ਦੇਖਾਂਗੇ ਕਿਹੜੇ ਬਰਨਿੰਗ ਇਸ਼ੂਜ਼ ਇਸ ਵੀਕ ਦੇ ਰਹੇ। then ਆਪਾਂ ਕਰਾਂਗੇ ਮੋਸਟ ਇੰਪੋਰਟੈਂਟ ਜਨਰਲ ਅਵੇਅਰਨੈਸ ਕੁਐਸਚਨਸ ਆਫ ਦੀ ਵੀਕ। ਸੋ ਉਸ ਤੋਂ ਬਾਅਦ ਆਪਾਂ 20 ਕੁਐਸਚਨਸ ਕਰਾਂਗੇ ਜਿਹੜੇ ਸਭ ਤੋਂ ਇੰਪੋਰਟੈਂਟ ਰਹੇ ਇਸ ਵੀਕ ਦੇ ਵਿੱਚ ਜਾਂ ਆਉਣ ਵਾਲੇ ਐਗਜ਼ਾਮਸ ਲਈ ਬਹੁਤ ਜ਼ਿਆਦਾ ਉਹ ਇੰਪੋਰਟੈਂਟ ਹੋਣਗੇ। ਸੋ ਲੈਟ ਅਸ ਸਟਾਰਟ ਵਿਦ ਦੀ ਬਰਨਿੰਗ ਇਸ਼ੂਜ਼ ਆਫ ਦੀ ਵੀਕ। ਸੋ ਇਸ ਵੀਕ ਜਿਹੜੇ ਹੈ ਇਹ ਆਪਾਂ ਅੱਜ ਦੀ ਕਲਾਸ ਦੇ ਵਿੱਚ ਪੂਰੇ ਵੀਕ ਦੇ 6 ਜਿਹੜੇ ਬਰਨਿੰਗ ਇਸ਼ੂ ਹੈ ਸਭ ਤੋਂ ਇੰਪੋਰਟੈਂਟ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਮੋਸਟ ਇੰਪੋਰਟੈਂਟ ਪਰਸਨੈਲਿਟੀ, ਦੈਟ ਇਜ਼ ਕਲਾਰਕ ਪੋਲੋਸੈਕ। कौन ने ये क्यों न्यूज़ ਦੇ ਵਿੱਚ ਹੈ ਇਹਦੇ ਬਾਰੇ ਗੱਲ ਕਰਾਂਗੇ। then central vista project, then anti conversion acts, then republic day parade and ਖੇਲੋ ਇੰਡੀਆ ਸਪੋਰਟਸ ਸਕੂਲ ਐਂਡ ਉਸ ਤੋਂ ਬਾਅਦ ਇੱਕ ਇੰਟਰਨੈਸ਼ਨਲ ਇਸ਼ੂ ਤੇ ਗੱਲ ਕਰਾਂਗੇ US ਡੈਮੋਕ੍ਰੇਸੀ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਬਰਨਿੰਗ ਇਸ਼ੂਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਆਪਾਂ ਇੱਕ ਥੋੜਾ ਮੌਕ ਟੈਸਟ ਕਹਿ ਸਕਦੇ ਹੋ ਜਾਂ ਜਿਹੜਾ ਹੈ ਆਪਾਂ ਕੁਝ ਕੁਐਸਚਨਸ ਕਰਾਂਗੇ ਜਿਹੜੇ ਇਸ ਵੀਕ ਦੇ ਇਹਨਾਂ ਚੋਂ ਨਹੀਂ, ਇਹਨਾਂ ਤੋਂ ਇਲਾਵਾ ਇਹਨਾਂ ਦੀ ਆਪਾਂ ਕੰਪਲੀਟ ਡਿਟੇਲ ਕਰਾਂਗੇ ਇਹਨਾਂ 6 ਨਿਊਜ਼ ਦੀ। ਉਸ ਤੋਂ ਬਾਅਦ ਇਸ ਤੋਂ ਇਲਾਵਾ ਜਿਹੜੇ 20 ਦੇ ਕਰੀਬ ਜਿਹੜੇ ਮੇਜਰ ਕੁਐਸਚਨ ਬਣਦੇ ਆ ਤੇ ਅੱਜ ਦੀ ਕਲਾਸ ਦੇ ਵਿੱਚ ਮੈਂ ਥੋੜਾ ਜਿਹਾ ਇਹ ਚੇਂਜ ਕੀਤਾ ਹੈ ਕਿ 5 ਕੁਐਸਚਨ ਸਟੈਟਿਕ ਜੀਕੇ ਦੇ ਵੀ ਜਿਹੜੇ ਹੈ ਉਹ ਨਾਲ ਹੋਣਗੇ ਜਿਹੜੇ ਕਿ ਤੁਹਾਡੇ ਪੋਲਿਟੀ ਨਾਲ ਰਿਲੇਟ ਕਰ ਸਕਦੇ ਆ ਜਾਂ ਜਿਓਗ੍ਰਾਫੀ ਨਾਲ ਰਿਲੇਟ ਕਰ ਸਕਦੇ ਆ, ਬਟ ਕਿਤੇ ਨਾ ਕਿਤੇ ਉਹ ਕਰੰਟ ਇਸ਼ੂਜ਼ ਦੇ ਨਾਲ ਲਿੰਕ ਦੇ ਵਿੱਚ ਹੈਗੇ ਆ। ਚਲੋ ਫਿਰ ਆਪਾਂ ਪਹਿਲਾ ਬਰਨਿੰਗ ਇਸ਼ੂ ਕਰਦੇ ਹਾਂ ਜੀ। ਫਸਟ ਹੈ ਜੀ ਇੰਪੋਰਟੈਂਟ ਪਰਸਨੈਲਿਟੀ ਆਫ ਦੀ ਵੀਕ, ਸ਼ੀ ਇਜ਼ ਕਲਾਰ ਪੋਲੋਸੈਕ। ਠੀਕ ਹੈ ਜੀ। ਸੋ ਕਲਾਰ ਪੋਲੋਸੈਕ ਜੀ ਇਹ ਤੁਸੀਂ ਦੇਖ ਪਾ ਰਹੇ ਹੋਵੋਗੇ ਇਹਨਾਂ ਨੂੰ, ਇਹ ਇਹਨਾਂ ਦੀ ਪਿਕ ਹੈ। ਸੋ ਕਰੰਟ ਦੇ ਵਿੱਚ ਜਿਹੜਾ ਹੈ, ਇੱਕ ਮਿੰਟ ਮੈਂ ਪਹਿਲਾਂ ਨਾ ਆਪਦੇ ਆਪ ਨੂੰ ਗਾਇਬ ਕਰ ਲਾਂ ਤਾਂ ਕਿ ਤੁਹਾਨੂੰ ਸਾਰੀ ਚੀਜ਼ ਨਾ ਪੂਰਾ ਬੋਰਡ ਨੂੰ ਆਪਾਂ ਯੂਜ਼ ਕਰ ਸਕੀਏ। ਠੀਕ ਹੈ ਫਰੈਂਡਸ, ਓਕੇ। ਸੋ ਇਹ ਨੇ ਜੀ ਕਲਾਰ ਪੋਲੋਸੈਕ। ਸਭ ਤੋਂ ਪਹਿਲਾਂ ਤਾਂ ਇਹ ਕਿਹੜੀ ਕੰਟਰੀ ਤੋਂ ਹੈ ਮੈਂ ਇਹਨਾਂ ਦੀ ਪਿਕ ਦੇ ਨੀਚੇ ਹੀ ਲਿਖ ਦੇਣਾ, ਉਧਰ ਆਪਾਂ ਬਾਕੀ ਚੀਜ਼ਾਂ ਕਰਾਂਗੇ। ਇਹ ਨੇ ਆਸਟ੍ਰੇਲੀਆ ਤੋਂ ਤੇ ਕਰੰਟ ਦੇ ਵਿੱਚ ਦੋਸਤੋ ਇੰਡੀਆ ਵਰਸਸ ਆਸਟ੍ਰੇਲੀਆ ਦਾ ਮੈਚ ਚੱਲ ਰਿਹਾ ਹੈ। ਇੰਡੀਆ ਵਰਸਸ ਆਸਟ੍ਰੇਲੀਆ ਦਾ ਥਰਡ ਟੈਸਟ ਮੈਚ ਚੱਲ ਰਿਹਾ ਹੈ ਸਿਡਨੀ ਕ੍ਰਿਕਟ ਗਰਾਊਂਡ ਤੇ, ਅੱਜ ਵੀ ਚੱਲ ਰਿਹਾ ਹੈ ਨਾ। ਸੋ ਸਿਡਨੀ ਕ੍ਰਿਕਟ ਗਰਾਊਂਡ ਤੇ ਉਹਦੇ ਵਿੱਚ ਜਿਹੜਾ ਹੈ ਸ਼ੀ ਇਜ਼ ਦੀ ਫਸਟ ਵੀਮਨ ਆਫੀਸ਼ੀਅਲ ਇਨ ਮੈਨਸ ਕ੍ਰਿਕਟ। ਠੀਕ ਹੈ ਜੀ। ਮੈਨ ਦੀ ਜਿਹੜੀ ਕੈਟੇਗਰੀ ਹੈ ਕ੍ਰਿਕਟ ਦੀ, ਜਿਹੜੇ ਮੈਚਿਸ ਆਪਾਂ ਦੇਖਦੇ ਆ ਉਹਨਾਂ ਦੇ ਵਿੱਚ ਫਸਟ ਫੀਮੇਲ ਆਫੀਸ਼ੀਅਲ, ਧਿਆਨ ਦੇਣਾ ਮੈਂ ਕੀ ਕਹਿ ਰਿਹਾ, ਫਸਟ ਫੀਮੇਲ ਆਫੀਸ਼ੀਅਲ ਇਸ ਮੈਚ ਦੇ ਵਿੱਚ ਜਿਹੜਾ ਇੰਡੀਆ ਤੇ ਆਸਟ੍ਰੇਲੀਆ ਦਾ ਥਰਡ ਟੈਸਟ ਮੈਚ ਹੈ ਉਹਦੇ ਵਿੱਚ ਇਹ ਕਿਹੜੀ ਭੂਮਿਕਾ ਨਿਭਾ ਰਹੀ ਹੈ? ਇਹ ਭੂਮਿਕਾ ਨਿਭਾ ਰਹੀ ਹੈ ਫੋਰਥ ਅੰਪਾਇਰ ਦੀ। ਠੀਕ ਹੈ ਜੀ, ਫੋਰਥ ਅੰਪਾਇਰ। ਇਹ ਫੋਰਥ ਅੰਪਾਇਰ ਉਹ ਨਹੀਂ ਹੈ ਜੋ ਸਟਾਰ ਵਗੈਰਾ ਵਾਲੇ ਫੋਰਥ ਅੰਪਾਇਰ ਇੱਕ ਮੈਚ ਦੀ ਬ੍ਰੇਕ ਦੇ ਵਿੱਚ ਕਰਦੇ ਸੀ। ਇਹ ਇੱਕ ਆਫੀਸ਼ੀਅਲ ਜਿਹੜੀ ਹੈ ਇਹ ਪੋਸਟ ਹੈ ਫੋਰਥ ਅੰਪਾਇਰ, ਜਿਨ੍ਹਾਂ ਨੂੰ ਕਲਾਰ ਪੋਲੋਸੈਕ ਜਿਹੜੇ ਹੈ ਇਹ ਜਿਹੜੇ ਹੈ ਇਹਦੇ ਚ ਉਸ ਪੋਸਟ ਨੂੰ ਇਹ ਕਰ ਰਹੇ ਹੈ ਇਸ ਮੈਚ ਵਿੱਚ। ਠੀਕ ਹੈ। ਹੁਣ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ਾਂ ਕੀ ਹੈ ਇਹਦੇ ਨਾਲ ਰਿਲੇਟ ਕਰਦੀਆਂ ਹੋਈਆਂ ਕੁਝ ਚੀਜ਼ਾਂ ਜੋ ਬਹੁਤ ਇੰਪੋਰਟੈਂਟ ਹੈ। ਪਹਿਲੀ ਚੀਜ਼ ਮੈਂ ਇਹ ਪੁਆਇੰਟ ਲਿਖ ਕੇ ਰੱਖਦਾ। ਪਹਿਲੀ ਚੀਜ਼ ਕੀ ਇੰਪੋਰਟੈਂਟ ਹੈ ਦੋਸਤੋ,
क्लार पोलोसेक ही वो फीमेल है who was the first female who was the first female on field umpire first female on field umpire in men's ODI। ਸੋ ਪੁਰਸ਼ਾਂ ਦੇ ਹੀ ਕ੍ਰਿਕਟ ਦੇ ਵਿੱਚ ਜਿਹੜਾ ਹੈ ODI ਦੇ ਵਿੱਚ ਵਨ ਡੇ ਇੰਟਰਨੈਸ਼ਨਲ ਦੇ ਵਿੱਚ ਪਹਿਲੀ ਫੀਮੇਲ ਅੰਪਾਇਰ ਕੌਣ ਸੀਗੇ? ਇਹੀ ਕਲਾਰ ਪੋਲੋਸੈਕ ਸੀਗੇ ਜੋ ਇਸ ਮੈਚ ਦੇ ਵਿੱਚ ਪਹਿਲੀ ਵਾਰੀ ਜਿਹੜੇ ਹੈ ਮੈਚ ਆਫੀਸ਼ੀਅਲ ਬਣੀ ਹੈ। ਮੈਚ ਆਫੀਸ਼ੀਅਲ ਹੁੰਦੇ ਜਿਵੇਂ ਫੋਰਥ ਅੰਪਾਇਰ ਜਾਂ ਰੈਫਰੀ ਜੋ ਵੀ ਹੈ, ਸੋ ਮੈਚ ਆਫੀਸ਼ੀਅਲ ਜਿਹੜੀ ਹੈ ਫੋਰਥ ਅੰਪਾਇਰ ਜਿਹੜੇ ਹੈ ਟੈਸਟ ਮੈਚ ਦੇ ਵਿੱਚ ਇੰਡੀਆ ਵਰਸਸ ਆਸਟ੍ਰੇਲੀਆ ਦੇ ਟੈਸਟ ਮੈਚ ਦੇ ਵਿੱਚ ਇਹ ਬਣੇ ਹੈ। ਤੇ ਇਹੀ ਸੀਗੇ ਜੀ ਜਿਨ੍ਹਾਂ ਨੇ 2019 ਦੇ ਵਿੱਚ 2019 ਦੇ ਵਿੱਚ ਇਹ ਫਸਟ ਫੀਮੇਲ ਬਣੇ ਸੀਗੇ ਜਿਹੜਾ ਨਾਮੀਬੀਆ ਤੇ ਓਮਾਨ ਦੇ ਵਿੱਚ ਮੈਚ ਸੀਗਾ ਇੱਕ, ਠੀਕ ਹੈ, ਨਾਮੀਬੀਆ ਵਰਸਸ ਓਮਾਨ, ਉਹਦੇ ਵਿੱਚ ਇਹ ਔਨ ਫੀਲਡ ਅੰਪਾਇਰ ਬਣੇ ਸੀਗੇ 2019 ਦੇ ਵਿੱਚ। ਫਿਰ ਅਗਰ ਆਪਾਂ ਗੱਲ ਕਰੀਏ ਇਸ ਨਾਲ ਰਿਲੇਟ ਕਰਦਾ ਇੱਕ ਕੁਐਸਚਨ ਇਹ ਬਣਦਾ ਹੈ ਕਿ ਅਗਰ ਇਹ ਫਸਟ ਫੀਮੇਲ ਹੋ ਗਏ, ਠੀਕ ਹੈ, ਤਾਂ ਅਗਰ ਮੈਂ ਤੁਹਾਨੂੰ ਇਹ ਪੁੱਛਾਂ ਕਿ ਜਿਵੇਂ ਮੈਂ ਰੈਫਰੀ ਦੀ ਗੱਲ ਕੀਤੀ ਤਾਂ ਫਸਟ ਫੀਮੇਲ ਰੈਫਰੀ ਕੌਣ ਸੀਗੇ? ਫਸਟ ਫੀਮੇਲ ਕਮੈਂਟ ਬਾਕਸ ਵਿੱਚ ਦੱਸੋ ਫਟਾਫਟ। फर्स्ट फीमेल रेफरी इन मेंस क्रिकेट, ठीक है, फर्स्ट फीमेल रेफरी इन मेंस क्रिकेट, ठीक है जी, फर्स्ट फीमेल रेफरी इन मेंस क्रिकेट ये कौन सीगे? ये सीगे जी GS लक्ष्मी जी, ये इंडिया तो बिलोंग करते हैं, GS लक्ष्मी फ्रॉम इंडिया। फिर अगर मैं गल करा थर्ड क्वेश्चन जो पूछा वो ये हो सकता है कि फर्स्ट फीमेल थर्ड अंपायर, फर्स्ट फीमेल थर्ड अंपायर, फर्स्ट फीमेल थर्ड अंपायर इन मेंस T20, इन मेंस T20 क्रिकेट, T20 इंटरनेशनल, ठीक है जी। सो वो कौन सीगे जी? वो सीगे कि हैगे है वो हैगे है जी जैकलीन विलियम्स, जैकलीन विलियम्स। एंड जैकलीन विलियम्स कित्थों दे हैगे है जी? जैकलीन विलियम बिलोंग करते हैं वेस्ट इंडीज। सो मैं रिपीट कर देना, अपनी फेमस पर्सनैलिटी ऑफ द वीक है जी क्लार पोलोसेक, एंड शी इज द फर्स्ट फीमेल मैच ऑफिशियल। So she is the first woman official in men's test match, as well as she is the woman who was standing on field umpire in the men's ODI cricket in 2019। ਨਾਲ ਆਪਾਂ ਹੋਰ ਇਸ ਤੋਂ ਰਿਲੇਟ ਕਰਦੇ ਹੋਏ ਦੋ ਕੁਐਸਚਨ ਜਿਹੜੇ ਹੈ ਉਹ ਆਪਾਂ ਨਾਲ ਕੀਤੇ ਹੈ। ਸੋ ਆਈ ਹੋਪ ਤੁਸੀਂ ਫਸਟ ਜਿਹੜੀ ਫੇਮਸ ਪਰਸਨੈਲਿਟੀ ਹੈ ਉਹਨਾਂ ਬਾਰੇ ਤੁਸੀਂ ਸਮਝ ਗਏ ਹੋਵੋਗੇ ਤੇ ਨਾਲ ਜਿਹੜੇ ਰਿਲੇਟ ਕਰਦੇ ਹੋਏ ਦੋ ਕੁਐਸਚਨ ਹੈ ਉਹ ਵੀ ਤੁਹਾਨੂੰ ਆ ਗਏ ਹੋਣਗੇ। ਨੈਕਸਟ ਗੱਲ ਕਰਦੇ ਹਾਂ ਜੀ। ਨੈਕਸਟ ਆਪਣਾ ਇੱਕ ਇੰਪੋਰਟੈਂਟ ਚੀਜ਼ ਆਉਂਦੀ ਹੈ ਜੀ ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪਲਾਨ, ਠੀਕ ਹੈ ਜੀ। ਸੋ ਪਹਿਲਾਂ ਤੁਸੀਂ ਇਸ ਪਲਾਨ ਦੀ ਪਿਕ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ, ਠੀਕ ਹੈ, ਐਂਡ ਦੈਨ ਆਪਾਂ ਇਹਨੂੰ ਜਿਹੜਾ ਹੈ ਉਹ ਆਪਾਂ ਸਟਾਰਟ ਵੀ ਕਰਦੇ ਹਾਂ। ਸੈਂਟਰਲ ਵਿਸਟਾ ਜਿਹੜਾ ਪਲਾਨ ਹੈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਸਿਟੀ ਦੇ ਵਿੱਚ ਹੈ ਤੇ ਕਿਉਂ ਨਿਊਜ਼ ਦੇ ਵਿੱਚ ਹੈ। ਇਹ ਨਿਊ ਦਿੱਲੀ ਦੇ ਵਿੱਚ ਹੈ। ਸਭ ਤੋਂ ਪਹਿਲਾਂ ਸੈਂਟਰਲ ਵਿਸਟਾ ਹੁੰਦਾ ਕੀ ਹੈ, ਕਿਉਂ ਨਿਊਜ਼ ਦੇ ਵਿੱਚ ਹੈ, ਇਹ ਸਭ ਕੁਝ ਆਪਾਂ ਇਸ ਲੈਕਚਰ ਦੇ ਵਿੱਚ ਕਰਾਂਗੇ। ਅਦਰਵਾਈਜ਼ ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ ਇਹ ਨਿਊਜ਼ ਦੇ ਵਿੱਚ ਤਾਂ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਜਿਹੜਾ ਹੈ ਇੱਕ PIL ਜਿਹੜੀ ਇੱਕ ਲੱਗੀ ਹੋਈ ਸੀਗੀ ਉਸ ਤੇ ਇੱਕ ਯਾਚਕਾ ਦੀ ਸੁਣਵਾਈ ਕਰਦੇ ਹੋਏ ਸੈਂਟਰ ਦਾ ਜਿਹੜਾ ਪਲਾਨ ਹੈ ਇਸ ਡਿਵੈਲਪਮੈਂਟ ਪ੍ਰੋਜੈਕਟ ਨੂੰ ਜਿਹੜਾ ਵੀ ਇਹਦਾ ਪ੍ਰੋਸੀਜਰ ਹੈ ਉਹਨੂੰ ਉਹਨਾਂ ਨੇ ਹਰੀ ਝੰਡੀ ਦਿੱਤੀ ਹੈ, ਠੀਕ ਹੈ। ਮੀਨਸ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਵੀ ਜਿਹੜੀ ਜਿਹੜੀ ਚੀਜ਼ ਹੈ ਉਹ ਆਬਜੈਕਸ਼ਨੇਬਲ ਨਹੀਂ ਹੈਗੀ। ਸੋ ਇਹ ਹੁਣ ਕੁਐਸਚਨ ਕੀ ਬਣੇਗਾ ਜਾਂ ਤੁਸੀਂ ਇਹ ਲਗਾ ਲਓ ਕਿ ਆਪਾਂ ਇਹਦੇ ਵਿੱਚ ਕੀ ਪੜ੍ਹਨਾ ਹੈ ਕਿ ਖਬਰ ਤਾਂ ਇਹ ਆ ਕਿ ਸੁਪਰੀਮ ਕੋਰਟ ਕਲੀਅਰਸ ਦੀ ਸੈਂਟਰ ਪਲਾਨ, ਠੀਕ ਹੈ, ਬਟ ਵਟ ਇਜ਼ ਸੈਂਟਰਲ ਵਿਸਟਾ ਕੀ ਹੈ, ਇਹ ਕਿੱਥੇ ਬਣ ਰਿਹਾ ਹੈ, ਕੀ ਇਹਦੀ ਲਾਗਤ ਹੋਏਗੀ, ਕਿਹਨੂੰ ਪ੍ਰੋਜੈਕਟ ਦਿੱਤਾ ਹੈ, ਇਹ ਸਭ ਕੁਝ ਹੋ ਗਿਆ ਕਰੰਟ ਅਫੇਅਰ। प्लस होर तुसी देखो होर क्यूरियोसिटी अगर आप देखिए कि सेंट्रल विस्टा है की, इहदी हिस्टरी की है, तो ये सब कुछ आप जिहड़ा है ये आप जानने की कोशिश करते हैं कि की चीज़ है सेंट्रल विस्टा। सो सेंट्रल विस्टा सब तो पहला तो सेंटर का प्लान की है, सेंटर का प्लान है टू बिल्ड 3 टाइम बिगर पार्लीमेंट। जो पार्लीमेंट पहला तो हैगी है उस तो जिहड़ी है उस तो 3 गुना वड्डी जिहड़ी पार्लीमेंट की जिहड़ी जगह है उन्होंने बनाना। प्लस जिहड़ा है सब तो पहला अगर आप गल करिए कि सेंट्रल विस्टा, वट इज दिस सेंट्रल विस्टा। सो न्यू दिल्ली दे विच इंडिया गेट तो राष्ट्रपति भवन ये जिहड़ा 3 किलोमीटर का मार्ग है, ये जिहड़ा 3 किलोमीटर का मार्ग है
ਇਹਨੂੰ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਰਾਜਪਥ। ਇਹਨੂੰ ਕਹਿੰਦੇ ਆ ਰਾਜਪਥ। ਠੀਕ ਹੈ, ਰਿਪਬਲਿਕ ਡੇ ਪਰੇਡ ਵੀ ਹੁੰਦੀ ਹੈ ਨਾ, ਜਾਂ ਫੋਨ ਦੀ ਵੀ ਗੱਲ ਕਰਾਂਗੇ। ਇਹਨੂੰ ਕਹਿੰਦੇ ਆ ਰਾਜਪਥ। ਇਸ ਪੂਰੇ ਦੇ ਪੂਰੇ 3 ਕਿਲੋਮੀਟਰ ਨੂੰ ਪੂਰੀ ਤਰ੍ਹਾਂ ਨਾਲ ਕੀ ਕਰਨਾ? ਰੀਵੈਂਪ। ਪੂਰੀ ਤਰ੍ਹਾਂ ਇਹਨੂੰ ਰੀਆਰਗਨਾਈਜ਼ ਕਰਨਾ, ਸਾਰੇ ਦੇ ਸਾਰੇ ਨੂੰ, ਉਹਨੂੰ ਰੀਵੈਂਪਿੰਗ ਕਰਨ ਦਾ ਜਿਹੜਾ ਪ੍ਰੋਜੈਕਟ ਹੈ, ਉਸ ਪ੍ਰੋਜੈਕਟ ਨੂੰ ਜਾਂ ਉਸ ਜਗ੍ਹਾ ਨੂੰ ਕੀ ਕਹਿੰਦੇ ਆ? ਸੈਂਟਰਲ ਵਿਸਟਾ। ਪਹਿਲੀ ਗੱਲ, ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ। ਇਹਦੇ ਵਿੱਚ ਜਿਹੜੀ ਮੇਨ ਚੀਜ਼ ਕੀ ਆਏਗੀ? ਇਹਦੇ ਵਿੱਚ ਮੇਨ ਚੀਜ਼ ਆਏਗੀ ਇੱਕ ਟ੍ਰਾਇੰਗੂਲਰ ਫਾਰਮ ਦੇ ਵਿੱਚ ਪਾਰਲੀਮੈਂਟ ਬਣਾਉਣਾ, ਜਿਵੇਂ ਤੁਸੀਂ ਆਹ ਦੇਖ ਪਾ ਰਹੇ ਹੋ। ਠੀਕ ਹੈ, ਕਿੱਥੇ ਹੋਏਗੀ? ਉਹ ਜਿਹੜੀ ਕਰੰਟ ਹੈ ਉਹਦੇ ਨਾਲ। ਠੀਕ ਹੈ ਜੀ, ਕਰੰਟ ਵਾਲੀ ਬਿਲਡਿੰਗ ਦੇ ਨਾਲ। ਤੇ ਜਿਹੜੀ ਹੈ ਇਹਨੂੰ ਬਣਾਇਆ ਜਾਏਗਾ, ਬਾਅਦ ਚ ਉਹਨੂੰ ਜਿਹੜਾ ਹੈ ਨਾ ਉਹ ਤਾਂ ਖਤਮ ਕਰ ਹੀ ਦੇਵਾਂਗੇ, ਓਬਵੀਅਸ ਹੀ ਗੱਲ ਹੈ। ਸੋ ਇਹ ਜਿਹੜੀ ਇਸ ਤਰ੍ਹਾਂ ਦੀ ਟ੍ਰਾਇੰਗੂਲਰ ਸ਼ੇਪ ਜਿਹੜੀ ਬਣੇਗੀ, ਉਹਦੇ ਚ ਤਕਰੀਬਨ 1200 MPs ਦੇ ਬੈਠਣ ਦੀ ਜਗ੍ਹਾ ਹੋਏਗੀ। ਠੀਕ ਹੈ ਜੀ, ਮੀਨਸ ਜਿਹੜਾ ਅਗਰ ਕਦੇ ਸੰਯੁਕਤ ਸੈਸ਼ਨ ਵੀ ਲਗਾਉਣਾ ਪੈਂਦਾ ਹੈ, ਠੀਕ ਹੈ, ਇਸ ਟਾਈਮ ਕਿੰਨੇ ਹੈਗੇ ਹੈ? 543 ਪਲੱਸ 250। ਠੀਕ ਹੈ, ਇੱਕ ਵਾਰੀ ਇੰਨੇ ਹੈਗੇ ਹੈ, ਲੇਕਿਨ 1200 ਪਰਸਨਸ ਦੇ ਬੈਠਣ ਦੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਗਵਰਨਮੈਂਟ ਦੀ ਇਹ ਪਲੈਨਿੰਗ ਹੋਏਗੀ ਕਿ ਜਿਹੜੇ ਐਮਪੀਜ਼ ਦੀ ਜਿਹੜੀ ਸੰਖਿਆ ਹੈ ਉਹ ਲੋਕ ਸਭਾ ਜਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵਧਾਈ ਜਾਵੇ, ਹੈ ਨਾ। ਤੇ ਕਿੰਨੀ ਜਗ੍ਹਾ ਹੈ? ਸਿਰਫ ਅਗਰ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਉਹ ਜਗ੍ਹਾ ਹੈ 86.1 ਏਕੜਸ ਦੀ। ਠੀਕ ਹੈ, ਤੇ ਜਿਹੜਾ ਹੈ 13,000 ਕਰੋੜ ਦੇ ਕਰੀਬ ਇਹ ਪ੍ਰੋਜੈਕਟ ਹੈ। ਤੇ ਕੱਲੀ ਜਿਹੜੀ ਪਾਰਲੀਮੈਂਟ ਹੈ ਉਹੀ ਜਿਹੜੀ ਹੈ ਉਹ 976 ਕਰੋੜ ਰੁਪਏ ਦੀ ਪਾਰਲੀਮੈਂਟ ਬਣ ਰਹੀ ਹੈ। ਇਹ ਜੀ ਪਾਰਲੀਮੈਂਟ ਦੀ ਗੱਲਾਂ 976 ਕਰੋੜ ਲੱਗੇਗਾ। ਸੋ ਇਹ ਜਿਹੜੀ ਸਾਰੀ ਚੀਜ਼ ਹੈ ਇਹ ਬਣਾਇਆ ਜਾਏਗਾ। ਕੀ ਬਣਾਇਆ ਜਾਏਗਾ? ਪਾਰਲੀਮੈਂਟ ਦੀ ਟ੍ਰਾਇੰਗੂਲਰ ਬਿਲਡਿੰਗ, कॉमन सैक्ट्रीएट बनाया जाएगा। ठीक है, पीएम हाउस नवा बनाया जाएगा। कंस्ट्रक्टिंग कॉमन सैक्ट्रीएट भी होएगा जिंदे विच सारे जिहड़े मिनिस्ट्रीज वगैरह जिहड़े प्रिंसीपल सैक्ट्री वगैरह सारे मिनिस्टर्स के ऑफिस होणगे। प्लस नॉर्थ ते साउथ ब्लॉक जिहड़े ऑलरेडी हैगे है, नॉर्थ ब्लॉक ते साउथ ब्लॉक, उन्हां नूं म्यूजियम की तरह कन्वर्ट किया जाएगा। नॉर्थ ब्लॉक ते साउथ ब्लॉक। सो ये दोस्तों अगर तुसीं सुनिया होवे इहदे बारे, नॉर्थ ब्लॉक ते साउथ ब्लॉक, ये गवर्नमेंट ऑफ इंडिया दीयां जिहड़ियां दो सब तो इंपोर्टेंट मिनिस्ट्रीज है उन्हां दा ही हुंदा है। नॉर्थ ब्लॉक जिवें नॉर्थ ब्लॉक ते साउथ ब्लॉक सब तो इंपोर्टेंट मिनिस्ट्री स्पैशली होम ते जिहड़ा है फाइनेंस। सो बजट ਦੇ ਵਿੱਚ ਜਿਹੜਾ ਹੈ ਜਦੋਂ ਬਜਟ ਦਾ ਟਾਈਮ ਆਏਗਾ ਨਾ 29 ਜਨਵਰੀ ਤੋਂ ਬਜਟ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ। ਸੋ ਤੁਹਾਨੂੰ ਪਤਾ ਜਦੋਂ ਬਜਟ ਬਣਦਾ ਹੈ ਉਸ ਤੋਂ ਪਹਿਲਾਂ ਹਲਵਾ ਸੈਰੇਮਨੀ ਵੀ ਹੁੰਦੀ ਹੈ। ਅਗਰ ਨਹੀਂ ਪਤਾ ਤਾਂ ਕੋਈ ਗੱਲ ਨਹੀਂ, ਆਪਾਂ ਜਿਹੜਾ 29 ਜਨਵਰੀ ਦੇ ਨੇੜੇ ਵਾਲਾ ਸੰਡੇ ਹੋਏਗਾ ਨਾ, ਜਦੋਂ ਵੀਕਲੀ ਕਲਾਸ ਕਰਾਂਗੇ ਉਦੋਂ ਮੈਂ ਤੁਹਾਨੂੰ ਹਲਵਾ ਸੈਰੇਮਨੀ ਵੀ ਦੱਸੂਗਾ। ਉਦੋਂ ਕਾਫੀ ਵਾਰੀ ਯੂਜ਼ ਕੀਤਾ ਜਾਂਦਾ ਸਾਊਥ ਬਲੋਕ, ਕਿਉਂਕਿ ਸਾਊਥ ਬਲੋਕ ਦੇ ਵਿੱਚ ਜਿਹੜੀ ਫਾਈਨੈਂਸ ਮਿਨਿਸਟਰੀ ਦਾ ਜਿਹੜਾ ਹੈ ਉਹ ਆਫਿਸਿਸ ਵਗੈਰਾ ਮੇਨ ਆਫਿਸਿਸ ਹੁੰਦੇ ਆ ਨਾਰਥ ਬਲੋਕ ਤੇ ਸਾਊਥ ਬਲੋਕ ਦੇ ਵਿੱਚ। ਉਹਨਾਂ ਨੂੰ ਕੀ ਕੀਤਾ ਜਾਏਗਾ? ਉਹਨਾਂ ਨੂੰ ਰੀਵੈਂਪ ਕਰਕੇ ਉਹਨਾਂ ਨੂੰ ਮਿਊਜ਼ੀਅਮ ਦੀ ਜਿਹੜੀ ਫਾਰਮ ਹੈ ਉਹ ਦਿੱਤੀ ਜਾਏਗੀ। ਨਾਓ ਵਟ ਇਜ਼ ਦਿਸ ਸੈਂਟਰਲ ਵਿਸਟਾ? ਇਹਦੀ ਹਿਸਟਰੀ ਕੀ ਹੈ? ਕੀ ਹੈ ਇਹ ਸੈਂਟਰਲ ਵਿਸਟਾ? ਸੋ ਹੁਣ ਜਿਹੜੀਆਂ ਬਿਲਡਿੰਗਸ ਹੈ, ਜਿਵੇਂ ਤੁਸੀਂ ਪ੍ਰੈਜ਼ੀਡੈਂਟ ਹਾਊਸ ਦੇਖ ਪਾ ਰਹੇ ਹੋ, ਜਾਂ ਜਿਹੜਾ ਇੱਦਾਂ ਐਸੇ ਜਗ੍ਹਾ ਤੇ 3 ਕਿਲੋਮੀਟਰ ਬਾਅਦ ਜਿਹੜਾ ਇੰਡੀਆ ਗੇਟ ਹੈ, ਜਾਂ ਜਿਹੜਾ ਹੁਣ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਸ ਹੈ, ਇਹ ਸਾਰੀਆਂ ਬਿਲਡਿੰਗ ਕਦੋਂ ਜਿਹੜੀਆਂ ਹੈ ਇਹ ਬਣਨੀਆਂ ਸ਼ੁਰੂ ਹੋਈਆਂ ਸੀ ਤੇ ਕਿਹਨਾਂ ਨੇ ਉਹਨੂੰ ਡਿਜ਼ਾਈਨ ਕੀਤਾ ਸੀ? ਇਹ ਬੜਾ ਇੰਪੋਰਟੈਂਟ ਹੈ, ਕਿਉਂਕਿ ਅਗਰ ਸੈਂਟਰਲ ਵਿਸਟਾ ਪਲਾਨ ਨਿਊਜ਼ ਦੇ ਵਿੱਚ ਹੈ ਤਾਂ ਕੁਐਸਚਨ ਤਾਂ ਕੋਈ ਵੀ ਬਣ ਸਕਦਾ ਹੈ ਨਾ। ਤਾਂ ਕੁਐਸਚਨ ਕੀ ਬਣੇਗਾ ਜਾਂ ਕੀ ਆਪਾਂ ਇਹਦੀ ਨਿਊਜ਼ ਦੇ ਵਿੱਚ ਹੋਰ ਡਿਟੇਲ ਕਰ ਸਕਦੇ ਹਾਂ। ਇਨ ਦਸੰਬਰ 1911 ਯਾਨੀ ਕਿ 1911 ਦੇ ਵਿੱਚ ਕਿੰਗ ਜੋਰਜ ਨੇ ਦਿੱਲੀ ਦਰਬਾਰ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ कि now we are shifting the capital of India from Kolkata to Delhi। कि कलकत्ता तो चलो हुण कहंदे आ, कलकत्ता कहंदे सी उदों, कलकत्ता तो दिल्ली जिहड़ी है ये कैपिटल ऑफ इंडिया शिफ्ट की जा रही है। उस शिफ्टिंग तो बाद यानी कि जदों शिफ्ट की गई तो जिहड़ियां ये सारियां मतलब जिहड़ा सैक्ट्रीएट चाहिदा सीगा या पार्लीमेंट चाहिदी सी या राष्ट्रपति भवन चाहिदा सीगा, ते इन्हां सब दी जिहड़ी है ये डिजाइन किया गया। सो ये बड़ा इंपोर्टेंट है कि वो डिजाइन किन्ने कीता। सो इत्थे लिखिया होया द डिजाइन ऑफ वेरियस बिल्डिंग्स were made by Edwin Lutyens and Herbert Baker। सो लुटियंस दिल्ली ਤੁਸੀਂ ਕਾਫੀ ਵਾਰੀ ਇਹ ਨਾਮ ਸੁਣਿਆ ਹੋਵੇਗਾ, ਲੁਟੀਅੰਸ ਦਿੱਲੀ। ਸੋ ਲੁਟੀਅੰਸ ਦਿੱਲੀ ਕਿਉਂ ਕਹਿੰਦੇ ਆ? ਜਿਹੜੀਆਂ ਆ ਬਿਲਡਿੰਗਾਂ ਹੈ ਨਾ ਸੈਂਟਰਲ ਵਿਸਟਾ ਦੀਆਂ 3 ਕਿਲੋਮੀਟਰ ਦੀਆਂ, ਇਹਨੂੰ ਲੁਟੀਅੰਸ ਨੇ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਸੀ। ਦੈਟਸ ਵਾਈ ਲੁਟੀਅੰਸ ਦਿੱਲੀ ਕਹਿੰਦੇ ਆ। ਸੋ ਕਿੰਨੇ ਡਿਜ਼ਾਈਨ ਕੀ ਚੀਜ਼ ਕਿੰਨੇ ਡਿਜ਼ਾਈਨ ਕੀਤੀ? ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਪਾਰਲੀਮੈਂਟ ਹਾਊਸ, ਜਿਹੜੀ ਇਸ ਟਾਈਮ ਆਪਾਂ ਪਾਰਲੀਮੈਂਟ ਦੇਖਦੇ ਆ ਜਿਹੜੀਆਂ ਗੋਲਾਈ ਦੇ ਵਿੱਚ ਹੈ, ਸੋ ਉਸ ਪਾਰਲੀਮੈਂਟ ਨੂੰ ਡਿਜ਼ਾਈਨ ਕੀਤਾ ਸੀ ਇਹਨਾਂ ਦੋਨਾਂ ਨੇ ਮਿਲ ਕੇ, ਐਡਵਿਨ ਲੁਟੀਅੰਸ ਤੇ ਹਰਬਰਟ ਬੇਕਰ ਨੇ। फिर अगर आप राष्ट्रपति भवन की गल करिए तो राष्ट्रपति भवन जिहड़ा है वो एडविन लुटियंस ने डिजाइन किया सी। ते जिहड़ा अगर आप सैक्ट्रीएट की गल करिए तो सैक्ट्रीएट डिजाइन किया सी हर्बर्ट बेकर ने। ठीक है जी। सो अगर आप गल करिए कि इस टाइम सैंट्रल विस्टा जिहड़ा है वो दिल्ली दे विच कहंदे किनू है, तो सैंट्रल विस्टा करंटली जिहड़ा है वो किनू मिला के बनदा है? राष्ट्रपति भवन, पार्लीमेंट हाउस,
ਨੌਰਥ ਤੇ ਸਾਊਥ ਬਲਾਕ, ਇੰਡੀਆ ਗੇਟ ਤੇ ਨੈਸ਼ਨਲ ਆਰਕਾਈਵਸ ਆਫ ਇੰਡੀਆ। ਇਹਨਾਂ ਸਭ ਨੂੰ ਮਿਲਾ ਕੇ ਜਿਹੜੀਆਂ ਇਹ ਜਿਹੜੀਆਂ ਬਿਲਡਿੰਗਸ ਹੈ, ਇਹਨਾਂ ਸਭ ਨੂੰ ਮਿਲਾ ਕੇ ਆਪਾਂ ਕਾਮਨਲੀ ਕੀ ਕਹਿੰਦੇ ਆ, ਸੈਂਟਰਲ ਵਿਸਟਾ। ਤੇ ਗਵਰਨਮੈਂਟ ਆਫ ਇੰਡੀਆ ਨੇ ਇਹਨੂੰ ਪੂਰੀ ਤਰ੍ਹਾਂ ਰੀਵੈਂਪ ਤੇ ਪੂਰੀ ਤਰ੍ਹਾਂ ਰੀਡਿਵੈਲਪ ਕਰਨ ਦਾ ਜਿਹੜਾ ਹੈ ਉਹ ਪਲਾਨ ਬਣਾਇਆ ਹੋਇਆ, ਉਹਨੂੰ ਕਹਿੰਦੇ ਆ ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ, ਜਿੰਦੇ ਤੇ PIL ਜਿਹੜੀ ਹੈ ਦਾਖਲ ਕੀਤੀ ਸੀਗੀ ਕਾਫੀ ਆਰਗੇਨਾਈਜੇਸ਼ਨ ਨੇ ਜਾਂ ਕੁਝ ਪਰਸਨਸ ਨੇ, ਆਰਗੇਨਾਈਜੇਸ਼ਨ ਨਹੀਂ ਪਰਸਨ ਨੇ, ਠੀਕ ਹੈ। ਐਂਡ ਉਹਦੇ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਹੋਇਆ ਸੁਪਰੀਮ ਕੋਰਟ ਦੀ 3 ਜੱਜਿਸ ਦੀ ਬੈਂਚ ਨੇ 2-1 ਨਾਲ ਇਹ ਫੈਸਲਾ ਸੁਣਾਇਆ ਹੈ ਕਿ ਇਹਦੇ ਵਿੱਚ ਕੋਈ ਵੀ ਆਬਜੈਕਸ਼ਨੇਬਲ ਜਿਹੜਾ ਹੈ ਉਹ ਚੀਜ਼ ਨਹੀਂ ਹੈ ਤੇ ਇਹਨੂੰ ਜਿਹੜਾ ਹੈ ਪੂਰੀ ਤਰ੍ਹਾਂ ਹਰੀ ਝੰਡੀ ਦਿੱਤੀ ਜਾਂਦੀ ਹੈ। ਇਹ ਸੀਗਾ ਜੀ ਦੋਸਤੋ ਸੈਂਟਰਲ ਵਿਸਟਾ ਰੀਡਿਵੈਲਪਮੈਂਟ प्रोजेक्ट। नेक्स्ट चलते हैं जी, नेक्स्ट एक बड़ी इंपॉर्टेंट चीज आती है, नेक्स्ट है जी एंटी कन्वर्जन लॉज। ठीक है जी, एंटी कन्वर्जन लॉ अगर तुसी न्यूज़ चैनल्स देखते हो है ना, या तुसी न्यूज़पेपर जिहड़ा है वो डेली तौर पे पढ़ते हो तो तुहानू एक चीज लगातार सुनने नू मिल रही है, एंटी कन्वर्जन लॉ। सो तुसी पिछले दिनों पढ़िया कि यूपी ने एंटी कन्वर्जन लॉ लेके आए, फिर यूपी की ही तर्ज से उस प्रोसीजर के मध्य प्रदेश गवर्नमेंट ने एंटी कन्वर्जन लॉ जिहड़ा है लेके आंदा। न्यूज़ चैनलों के सारा सारा दिन इहदे ते बहस काफ़ी जिहड़ी है वो डिबेट दिखा रही है, कोई कहता ये सही है, कोई कहता गलत है। हुण इस वीक दे विच ये काफ़ी न्यूज़ दे विच रहा ते अगले 5 मिनट दे विच, ठीक है, आई होप कि मैं तुहानू कुछ लाइनों के विच ही एक क्लीयर कर दूंगा कि ये है कि एंटी कन्वर्जन लॉ। ठीक है, आपां उन्ना समझांगे जिन्ना आपां नू एग्जाम पॉइंट ऑफ व्यू नाल जरूरी है, अदरवाइज तो ये एक कंट्रोवर्सी का मुद्दा है। आपां आपकी राय बनाने तो पहला जिहड़ी है ਆਪਾਂ ਨੂੰ ਆਪਦੀ ਇੱਕ ਵਾਰੀ ਰਾਏ ਬਣਾਉਣ ਦਾ ਕੋਈ ਜਿਹੜਾ ਹੈ ਉਹ ਫਾਇਦਾ ਨਹੀਂ ਹੈ। ਜਸਟ ਆਪਾਂ ਉਹ ਚੀਜ਼ ਪੜ੍ਹੀਏ ਜੋ ਚੀਜ਼ ਆਪਣੇ ਆਪਾਂ ਨੂੰ ਨੌਲੇਜ ਲਈ ਚਾਹੀਦੀ ਹੈ। ਠੀਕ ਹੈ, ਚਾਹੇ ਤਾਂ ਤੁਸੀਂ ਡਿਸਕਸ਼ਨ ਲਈ ਚਾਹੀਦੀ ਹੈ ਜਾਂ ਤੁਹਾਨੂੰ ਐਗਜ਼ਾਮ ਪੁਆਇੰਟ ਆਫ ਵਿਊ ਲਈ ਚਾਹੀਦੀ ਹੈ, ਤਾਂ ਆਪਾਂ ਸਿਰਫ ਇਹ ਦੇਖੀਏ ਕਿ ਵਟ ਇਜ਼ ਦਿਸ ਐਂਟੀ ਕਨਵਰਜ਼ਨ ਲਾਅ। ਕੋਈ ਜਣਾ ਇਹ ਵੀ ਕਹਿ ਸਕਦਾ ਕਿ ਇਹ ਲਾਅ ਤਾਂ ਪਹਿਲਾਂ ਵੀ ਸੀਗੇ ਸਰ, ਇਹ ਲਾਅ ਪਹਿਲਾਂ ਕਿਹੜਾ ਨਹੀਂ ਸੀਗੇ, ਹੁਣ ਇਹ ਕਿਉਂ ਬਣੇ ਹੈ, ਤਾਂ ਸਾਰੀ ਗੱਲ ਜਿਹੜੀ ਹੈ ਆਪਾਂ ਕਰਦੇ ਹਾਂ। ਸੋ ਨਿਊਜ਼ ਕੀ ਰਿਹਾ, सुप्रीम कोर्ट टू स्टडी दी एंटी कन्वर्जन लॉ ऑफ उत्तर प्रदेश एंड उत्तराखंड। ठीक है, हजे मध्य प्रदेश की गल नहीं हुई, मध्य प्रदेश ने भी एंटी कन्वर्जन लॉ लैके आंदा है, बट उस तो पहला सुप्रीम कोर्ट दे विच एक PIL लगाई गई। मैं वारी वारी नाम लेना, PIL की हुंदा है। ठीक है, चलो ये तुसीं मैनूं कमेंट बॉक्स में दसो कि व्हाट इज दिस PIL, पब्लिक इंटरस्ट लिटिगेशन। ठीक है, ये PIL हुंदा है, पब्लिक इंटरस्ट लिटिगेशन। काफ़ी जिहड़े है PIL सुप्रीम कोर्ट ने इस बारे जिहड़ियां PIL सुनियां ਉਹਦੇ ਵਿੱਚ ਉਹਨਾਂ ਨੇ ਇਹ ਪਾਇਆ PIL ਦੇ ਵਿੱਚ ਕੀ ਸੀਗਾ ਕਿ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਮੈਰਿਜ ਹੋ ਰਹੀ ਹੈ, ਮੈਰਿਜ ਚਲਦੀ ਦੇ ਵਿੱਚ ਜਿਹੜਾ ਹੈ ਉਹ ਦੁੱਲਾ ਪਕਸ਼ ਨੂੰ ਜਾਂ ਦੁੱਲੇ ਨੂੰ ਉਠਾ ਕੇ ਲੈ ਕੇ ਜਾਇਆ ਜਾ ਰਿਹਾ ਹੈ ਨਾ, ਜਾਂ ਉਹਨਾਂ ਤੇ ਤਰ੍ਹਾਂ ਦੇ ਬਲੇਮ ਲਗਾਏ ਜਾ ਰਹੇ ਹੈ, ਉਹਨਾਂ ਤੇ ਤਰ੍ਹਾਂ ਦੇ ਕੇਸ ਪਾਏ ਜਾ ਰਹੇ ਹੈ। ਸੋ ਉਸ ਚੀਜ਼ ਤੇ ਇੱਕ PIL ਦਾਖਲ ਹੋਈ ਤੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਅਸੀਂ ਫਿਲਹਾਲ ਇਹਨਾਂ ਲੋਸ ਤੇ ਰੋਕ ਤਾਂ ਨਹੀਂ ਲਗਾ ਰਹੇ ਹਾਂ, ਸਟੇ ਨਹੀਂ ਦੇ ਰਹੇ ਹਾਂ, ਬਟ ਜਿਹੜਾ ਹੈ ਅਸੀਂ ਇਹਨੂੰ ਸਟੱਡੀ ਕਰਾਂਗੇ। ਕਿੰਦੇ ਲੋਅ ਨੂੰ, ਇੱਕ यूपी ਦੇ ਤੇ ਇੱਕ ਉੱਤਰਾਖੰਡ ਦੇ। ਠੀਕ ਹੈ ਜੀ, तो पहला इन्हां दोनों के नाम देख लो। यूपी के लॉ का नाम है प्रोहिबिशन ऑफ अनलॉफुल कन्वर्जन ऑफ रिलीजियन ऑर्डिनेंस 2020। यूपी का ये ऑर्डिनेंस है, ऑर्डिनेंस तुहानूं पता ही है, अगर स्टेट का ऑर्डिनेंस है तो गवर्नर ने साइन किए हुए है, जो विधान सभा सैशन दे विच नहीं हैगी तो गवर्नर ने साइन किए, 6 महीने तक इहदी वैलिडिटी है, 6 महीने तो बाद विधान सभा दे विच जिहड़ा है इहनूं पास करा दिता जाएगा। ते उत्तराखंड का एक्ट है उत्तराखंड फ्रीडम ऑफ रिलीजियन एक्ट 2018। सो तुसी ये भी कह सकते हो सर ये तो पुराना हो गया, पुराना नहीं होया, 2018। इहदे विच काफ़ी सारे देखो एंटी कन्वर्जन लॉ की है, मैं तुहानूं इत्थे 2 चीज़ां दसना चाहूँगा। ठीक है, पहला है अपना एक आर्टिकल 25 है, दूजा अपना आर्टिकल है 26। ये मेनली ये जिहड़े दोनों आर्टिकल है ना, ये पूरी तरह इस चीज़ नाल लिंक करते हैं। पहला आर्टिकल की है कि कोई भी परसन किसी भी तरह की किसी भी तरह के रिलीजियन नूं अपना सकता है, पहली गल। ठीक है, उस नूं प्रोपेगेट कर सकता है। ठीक है, उन्हां दियां जिहड़ियां डिफरेंट जिहड़ियां इकट्ठ होंदे है या कोई सत्संग है या कुछ भी कोई इकट्ठा होंदा है उहदे च जा सकता है, उन्होंने कोई ऐस चीज़ ते रोक नहीं सकता। बट वो जिहड़े इकट्ठ हो रहे हैं वो कित्थे भी दूजी धर्म के धार्मिक भावनावां नूं भड़का ना दे होण। ठीक है, पहली चीज़। दूसरा आर्टिकल 26 की कहता है कोई भी परसन किसी भी तरह के रिलीजियस अफेयर्स रख सकता है। ठीक है, ये याद रखना, जिथे भी अफेयर वर्ड आ गया ना, रिलेशंस आ गया, वो आर्टिकल 26 होंदा है। आने वाले एग्जाम दे विच क्वेश्चन पूछे जाएंगे इदां दे, क्योंकि इस तरह का जिहड़ा है ना न्यूज़ दे विच चल रहा है। सो जिथे कोई भी परसन
ਕਿਸੇ ਵੀ ਹੋਰ ਧਰਮ ਨਾਲ ਜਾਂ ਕਿਸੇ ਵੀ ਧਰਮ ਨਾਲ ਉਹ ਚਾਹੇ ਉਹਨਾਂ ਦੇ ਜਿਹੜੇ ਲਿੰਕ ਹੈ ਉਹ ਰੱਖ ਸਕਦਾ ਹੈ, ਪ੍ਰੋਵਾਈਡਿਡ। ਹੁਣ ਮੈਂ ਦੁਬਾਰਾ ਦੱਸ ਰਿਹਾ, ਪ੍ਰੋਵਾਈਡਿਡ, ਦੁਬਾਰਾ ਨਹੀਂ, ਸੌਰੀ, ਇੱਕ ਇੰਪੋਰਟੈਂਟ ਗੱਲ ਦੱਸ ਰਿਹਾ। ਪ੍ਰੋਵਾਈਡਿਡ ਕੀ ਹੈ? ਕਿਸੇ ਦੇ ਵੀ ਧਰਮ ਨੂੰ ਧੱਕੇ ਨਾਲ, ਫੋਰਸਫੁਲੀ ਚੇਂਜ ਨਾ ਕੀਤਾ ਜਾ ਰਿਹਾ ਹੋਵੇ, ਜਾਂ ਚੇਂਜ ਕਰਨ ਲਈ ਮੋਟੀਵੇਟ ਤਾਂ ਨਹੀਂ ਕਵਾਂਗੇ, ਚੇਂਜ ਕਰਨ ਲਈ ਉਤਸ਼ਾਹਿਤ, ਜਿਹੜਾ ਪ੍ਰੋਤਸਾਹਿਤ ਨਾ ਕੀਤਾ ਜਾ ਰਿਹਾ ਹੋਵੇ। ਠੀਕ ਹੈ, ਸੋ ਇਹ ਸਾਰੀ ਚੀਜ਼ ਨੂੰ ਲਿੰਕ ਕਰਦੇ ਹੋਏ ਇਹ ਦੋਨੋਂ ਕਾਨੂੰਨ ਹੈਗੇ ਆ। ਕਾਨੂੰਨ ਹਰ ਸਟੇਟ ਦੇ ਵਿੱਚ, ਇਸ ਤਰ੍ਹਾਂ ਦੇ ਕਾਨੂੰਨ ਹਰ ਸਟੇਟ ਦੇ ਵਿੱਚ ਪਹਿਲਾਂ ਹੀ ਬਣੇ ਹੋਏ ਆ, ਚਾਹੇ ਮੱਧ ਪ੍ਰਦੇਸ਼ ਹੋਵੇ, ਚਾਹੇ ਛੱਤੀਸਗੜ੍ਹ ਹੋਵੇ, ਚਾਹੇ ਅਰੁਣਾਚਲ ਪ੍ਰਦੇਸ਼ ਹੋਵੇ, ਚਾਹੇ ਗੁਜਰਾਤ ਹੋਵੇ, ਹਰ ਸਟੇਟ ਦੇ ਵਿੱਚ ਹੈਗੀ ਹੈ। ਬਟ ਹੁਣ ਜਿਹੜੀ ਹੈ ਸਟੇਟਾਂ ਇਹਦੇ ਵਿੱਚ ਇੱਕ ਵਰਡ ਐਡ ਕਰ ਰਹੀਆਂ, ਉਹ ਐਡ ਕਰ ਰਹੀਆਂ ਮੈਰਿਜ, ਕਿ ਇਹ ਮਤਲਬ ਜਿਹੜਾ ਹੈ, ਚਲੋ ਆਪਾਂ ਲਵ ਜਿਹਾਦ ਵਗੈਰਾ ਦਾ ਨਾਮ ਤਾਂ ਥੋੜਾ ਕੰਟਰੋਵਰਸੀਅਲ ਮੁੱਦਾ ਆ ਜਾਂਦਾ ਹੈ, ਲੇਕਿਨ ਹੁੰਦਾ ਕੀ ਹੈ, ਇਹ ਹੁੰਦਾ ਹੈ ਕਿ ਅਗਰ ਮੰਨ ਲਓ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ, ਸੋਲ ਪਰਪਸ ਮੈਰਿਜ ਹੋਵੇ ਤੇ ਬਾਅਦ ਚ ਮੈਰਿਜ ਖਤਮ ਹੋ ਜਾਂਦੀ ਹੈ, ਜਾਂ ਮੈਰਿਜ ਨੂੰ ਖਤਮ ਕਰ ਦੇਣਾ ਤੇ ਧਰਮ ਕਨਵਰਟ ਕਰਾਉਣ ਤੋਂ ਬਾਅਦ, ਤਾਂ ਉਸ ਤਰ੍ਹਾਂ ਦੀ ਜਿਹੜੀ ਚੀਜ਼ ਹੈ, ਕਈ ਵਾਰੀ ਇਸ ਤਰ੍ਹਾਂ ਦਾ ਚੀਜ਼ ਕੇਸ ਧਿਆਨ ਚ ਆਇਆ ਹੈ ਕਿ ਸਿਰਫ ਸੋਲ ਪਰਪਸ ਮੈਰਿਜ ਹੀ ਹੈ, ਜਾਂ ਮੈਰਿਜ ਕਰਵਾਉਣ ਦਾ ਸੋਲ ਪਰਪਸ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਹੈ। ਸਮਝ ਗਏ ਨਾ? ਤਾਂ ਉਹ ਚੀਜ਼ ਹੋ ਰਹੀ ਹੈ। ਹੁਣ ਹੁੰਦਾ ਕੀ ਹੈ, ਕਿਉਂ ਮੈਰਿਜ ਜਿਹੜਾ ਹੈ ਐਕਟ ਇਹਦੇ ਵਿੱਚ ਕੀਤਾ? ਅਗਰ ਹੁਣ ਤੱਕ ਤੁਹਾਨੂੰ ਕੋਈ ਕਨਫਿਊਜ਼ਨ ਵੀ ਰਹੀ ਹੈ ਤਾਂ ਹੁਣ ਜਮਾ ਕਲੀਅਰ ਹੋ ਜਾਏਗੀ। ਇੰਡੀਆ ਦੇ ਵਿੱਚ ਮੈਰਿਜ ਨਾ 5 ਤਰੀਕਿਆਂ ਨਾਲ ਹੋ ਸਕਦੀ ਹੈ। ਠੀਕ ਹੈ, 5 ਤਰੀਕੇ ਮੀਨਸ ਮੈਂ ਕਾਨੂੰਨੀ ਗੱਲ ਕਰ ਰਿਹਾ, ਉਹ ਵਾਲਾ ਨਹੀਂ ਗੱਲ ਕਰ ਰਿਹਾ ਕਿ ਪੈਲੇਸ ਬੁੱਕ ਕਰਵਾਓ ਤੇ ਫਿਰ ਕੈਟਰਿੰਗ ਕਰਵਾਓ, ਉਹ ਨਹੀਂ, ਉਹ ਜਿਹੜਾ ਹੈ ਉਹ ਪ੍ਰੋਸੀਜਰ ਹੈ। ਅਦਰਵਾਈਜ਼ ਮੈਂ ਗੱਲ ਕਰ ਰਿਹਾ ਲੀਗਲ ਪ੍ਰੋਸੀਜਰ ਦੀ। ਲੀਗਲ ਪ੍ਰੋਸੀਜਰ ਕੀ ਹੈ? 5 ਤਰ੍ਹਾਂ ਦੇ ਐਕਟ ਹੈ। ਪਹਿਲਾ ਐਕਟ ਹੈ ਦੀ ਹਿੰਦੂ ਮੈਰਿਜ ਐਕਟ, ਦਾ ਹਿੰਦੂ, ਮੈਂ ਸ਼ੋਰਟ ਚ ਲਿਖ ਰਿਹਾ, ਹਿੰਦੂ ਮੈਰਿਜ ਐਕਟ 1955। ਸੈਕਿੰਡ ਹੈ ਜੀ ਮੁਸਲਿਮ ਪਰਸਨਲ ਲੋ 1937। तीसरा है जी इंडियन क्रिश्चियन मैरिज एक्ट, इंडियन क्रिश्चियन मैरिज एक्ट 1872। ये बहुत पुराना एक्ट है, ओबवियसली गल है, अंग्रेजों ने सब तो पहला तो आपदा ही वो बनाना सीगा। ठीक है जी। तो फोर्थ जिहड़ा है वो है पारसी मैरिज एक्ट, पारसी मैरिज एक्ट 1936। मेनली ਜਿਹੜੇ अगर आप रिलीजन बेस कहिए तो 4 तरह के एक्ट है, हिंदू मैरिज एक्ट, मुस्लिम परसनल लॉ, इंडियन क्रिश्चियन लॉ ते पारसी एक्ट। ਤੇ ਹੁਣ ਤੁਸੀਂ ਕਹੋਗੇ ਸਰ ਬਾਕੀ ਜਿਹੜਾ ਹਿੰਦੂ ਮੈਰਿਜ ਐਕਟ ਹੈ ਇਹਦੇ ਵਿੱਚ ਹੀ ਐਸੇ ਐਕਟ ਦੇ ਵਿੱਚ ਸਿੱਖ, ਬੁੱਧਿਸਟ ਤੇ ਜੈਨੀ, ਠੀਕ ਹੈ ਜੀ, ਜੈਨਿਸਟ, ਇਹ ਸਾਰੇ ਇਹਦੇ ਵਿੱਚ ਆ ਗਏ। ਓਕੇ ਹੈ ਜੀ, ਪਹਿਲੀ ਗੱਲ। ਹੁਣ ਉਸ ਤੋਂ ਬਾਅਦ ਦੇਖੋ ਇੱਕ ਆਪਾਂ ਸੁਣਦੇ ਹੁੰਦੇ ਆ ਇੰਟਰਕਾਸਟ ਮੈਰਿਜ, ਉਹ ਗੱਲ ਹੋਰ ਹੁੰਦੀ ਹੈ, ਉਹ ਰਿਲੀਜੀਅਸ ਦੇ ਵਿੱਚ ਹੀ ਜਿਹੜੀ ਹੈ ਉਹ ਇੰਟਰਕਾਸਟ ਹੁੰਦੀ ਰਹਿੰਦੀ ਹੈ, ਉਹ ਕਾਨੂੰਨ ਸੇਮ ਹੀ ਲਾਗੂ ਹੁੰਦਾ ਹੈ। ਬਟ ਦਿੱਕਤ ਕੀ ਆਉਂਦੀ ਹੈ, ਇਹ ਜਿਹੜੇ ਸਾਰੇ ਹੈ ਨਾ ਆ 4, ਇਹ ਹੈਗੀ ਹੈ ਜਾਂ ਤਾਂ ਇਹਨੂੰ ਆਪਾਂ ਰਿਲੀਜੀਅਨ ਕਹਿ ਦਿੰਦੇ ਆ ਜਾਂ ਇਹਨੂੰ ਕਹਿ ਦਿੰਦੇ ਆ ਫੇਥ। ਹੁਣ ਤੁਸੀਂ ਕਹੋਗੇ ਸਰ ਤੁਸੀਂ ਤਾਂ ਕਿਹਾ ਸੀ 5 ਤਰੀਕਿਆਂ ਨਾਲ ਹੋ ਸਕਦੀ ਹੈ, 5ਵਾਂ ਤਰੀਕਾ ਤਾਂ ਦੱਸਿਆ ਨਹੀਂ। ਹੁਣ ਅਗਰ ਕਦੇ ਇਸ਼ੂ ਇਹ ਆਵੇ ਕਿ ਇੰਟਰਫੇਥ ਮੈਰਿਜ ਹੋਣੀ ਹੈ, ਹੁਣ ਗੱਲ ਆ ਗਈ ਲਵ ਮੈਰਿਜ ਦੀ ਜਿਹਨੂੰ ਕਹਿੰਦੇ ਆ ਕੋਰਟ ਮੈਰਿਜ। ਸੋ ਹੁਣ ਆ ਗਈ ਪੰਜਵਾਂ ਕੀ ਹੈ, ਸਪੈਸ਼ਲ ਮੈਰਿਜ ਐਕਟ, ਸਪੈਸ਼ਲ ਮੈਰਿਜ ਐਕਟ 1954। ਇਹ ਹੈ ਸਪੈਸ਼ਲ ਮੈਰਿਜ ਐਕਟ ਜਿਹਨੂੰ ਕੋਰਟ ਮੈਰਿਜ ਵੀ ਕਹਿੰਦੇ ਆ। ਤੁਹਾਨੂੰ ਪਤਾ ਹੈ ਦੋ ਜਿਹੜੇ ਹੈ ਉਹ ਗਵਾਹ ਲੱਗਦੇ ਆ, 2 ਗਵਾਹ ਪਲੱਸ ਇੱਥੇ ਇੱਕ ਕੀ ਹੈ, ਹੁਣ ਤੁਸੀਂ ਦੇਖੋ ਅਗਰ ਤਾਂ ਕਿਸੇ ਇੱਕੋ ਧਰਮ ਦੇ ਵਿੱਚ, ਇੱਕੋ ਰਿਲੀਜੀਅਸ, ਇੱਕੋ ਫੇਥ ਦੇ ਵਿੱਚ ਮੈਰਿਜ ਹੋਣੀ ਹੈ ਤਾਂ ਓਬਵੀਅਸਲੀ ਗੱਲ ਹੈ ਉਸ ਤੇ ਆ ਐਕਟ ਲੱਗੇਗਾ, ਜਾਂ ਫਿਰ ਮੁਸਲਿਮ ਦੋਨੋਂ ਮੁਸਲਿਮ ਹੈ ਤਾਂ ਆ ਲੱਗੇਗਾ, ਕ੍ਰਿਸਚਨ ਹੈ ਤਾਂ ਆ ਲੱਗੇਗਾ, ਪਾਰਸੀ ਹੈ ਤਾਂ ਆ ਲੱਗੇਗਾ। ਹੁਣ ਕੀ ਹੈ, अगर मान लो कोई इंटरफेथ मैरिज है, कुछ भी, हिंदू लड़का है मुसलमान लड़की है, या हिंदू लड़की है मुसलमान लड़का है, कुछ भी, या क्रिश्चियन है, ठीक है, या पारसी है, तो उन्होंने हुण वो क्रॉस हो गया ना, क्रॉस लॉ हो गया। हुण उन्हां ते आ लॉ लगूगा कि आ लॉ लगूगा, उनके लिए बनाता स्पैशल मैरिज एक्ट। ਹੁਣ ਸਪੈਸ਼ਲ ਮੈਰਿਜ ਐਕਟ ਦੇ ਵਿੱਚ ਕੀ ਹੈ ਕਿ ਅਗਰ 2 ਅਲੱਗ-ਅਲੱਗ ਫੇਥ ਦੇ ਨੇ ਮੈਰਿਜ ਕਰਵਾਣੀ ਹੈ ਤਾਂ ਉਹ ਸਪੈਸ਼ਲ ਮੈਰਿਜ ਐਕਟ ਦੇ ਅੰਡਰ ਆਏਗਾ, ਉਹਨੂੰ ਕਹਿੰਦੇ ਆ ਕੋਰਟ ਮੈਰਿਜ। ਠੀਕ ਹੈ, ਬਟ ਉਹਦੇ ਵਿੱਚ ਦਿੱਕਤ ਕੀ ਆਉਂਦੀ ਹੈ, ਉਹਦੀ ਦਿੱਕਤ ਇਹ ਹੈ ਕਿ ਇੱਕ ਤਾਂ 2 ਗਵਾਹ ਚਾਹੀਦੀ ਹੈ, ਪਲੱਸ ਜਿਹੜਾ ਜੱਜ ਹੁੰਦਾ ਹੈ ਉਹ 30 ਡੇਜ਼ ਤੱਕ ਦਾ ਇੱਕ ਨੋਟਿਸ ਲਗਾਏਗਾ। ਠੀਕ ਹੈ, ਚਾਹੇ ਤਾਂ ਉਹ ਪਹਿਲਾਂ ਕੋਰਟ ਦੇ ਵਿੱਚ ਲੱਗ ਜਾਂਦਾ ਸੀਗਾ, ਹੁਣ ਕਈ ਵਾਰੀ ਵੈਬਸਾਈਟ ਤੇ ਕਰਦੇ ਆ ਕਿ ਆਹ ਲੜਕਾ ਤੇ ਆਹ ਲੜਕੀ ਮੈਰਿਜ ਕਰਵਾ ਰਹੇ ਹੈ, ਕਿਸੇ ਨੂੰ ਅਗਰ ਕੋਈ ਇਤਰਾਜ਼ ਹੈ ਤਾਂ ਸਾਨੂੰ ਮਿਲੋ। ਠੀਕ ਹੈ, ਹੁਣ ਅਗਰ ਇਦਾਂ ਦਾ ਨੋਟਿਸ ਲੱਗ ਗਿਆ ਤਾਂ ਕਾਫੀ ਸਾਰੇ ਜਿਵੇਂ ਹੈ, ਕਾਫੀ ਸਾਰੇ ਚਾਹੇ ਉਹਨਾਂ ਦੇ ਰਿਸ਼ਤੇਦਾਰ ਹੋਣ, ਚਾਹੇ ਕੋਈ ਧਾਰਮਿਕ ਆਗੂ ਹੋਣ, ਕਿਸੇ ਵੀ ਉਹਨਾਂ ਦੇ, ਤਾਂ ਉਹ ਵਿੱਚ ਆ ਜਾਂਦੇ ਆ ਤੇ ਉਹਦੇ ਨਾਲ ਕੀ ਹੈ, ਮੋਸਟ ਆਫ ਦੀ ਕੇਸਿਸ ਦੇ ਵਿੱਚ ਇਹ ਮੈਰਿਜ ਨਹੀਂ ਹੋ ਪਾਉਂਦੀ। ਤਾਂ
ਜਿਹੜੇ ਕਪਲਸ ਹੈ ਕਈ ਵਾਰੀ ਉਹ ਕੀ ਚਾਹੁੰਦੇ ਹੈ ਕਿ ਕਿਉਂ ਨਾ ਇੱਕ ਦਾ ਦੂਸਰੇ ਦਾ ਕੋਈ ਵੀ ਦੋਨੋਂ ਜਿਹੜੇ ਹੈ ਅਗਰ ਇੱਕ ਰਿਲੀਜੀਅਨ ਦੇ ਵਿੱਚ ਹੋ ਜਾਣ ਤਾਂ ਬੜੀ ਸਿੰਪਲ ਤਰੀਕੇ ਨਾਲ ਜਿਹੜਾ ਕਿਸੇ ਐਕਟ ਦੇ ਵਿੱਚ ਮੈਰਿਜ ਕੀਤੀ ਜਾ ਸਕਦੀ ਹੈ। ਤੇ ਐਸੇ ਚੀਜ਼ ਨੂੰ ਕਈ ਵਾਰੀ ਜਿਹੜਾ ਹੈ ਉਹ ਬਹੁਤ ਸਾਰੇ ਤਰ੍ਹਾਂ ਦੇ ਲੋਕ ਹੈ ਗਲਤ ਤਰੀਕੇ ਨਾਲ ਵੀ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ। ਗਲਤ ਤਰੀਕੇ ਨਾਲ ਮਤਲਬ ਕਿ ਸੋਲ ਪਰਪਸ ਕਿ ਮੈਰਿਜ ਦਾ ਯਾਨੀ ਕਿ ਰਿਲੀਜੀਅਨ ਨੂੰ ਕਨਵਰਟ ਕਰਨ ਲਈ ਮੈਰਿਜ ਨੂੰ ਇੱਕ ਜਰੀਆ ਬਣਾਇਆ ਜਾ ਰਿਹਾ ਹੈ। ਸਮਝ ਗਏ? ਤਾਂ ਇਹਦੇ ਨਾਲ ਤੁਸੀਂ ਸਾਰੀ ਗੱਲ ਸਮਝੋਗੇ ਐਸੇ ਲਾਈਨ ਨਾਲ। ਤੇ ਉਸ ਜਰੀਏ ਨੂੰ ਜਿਹੜਾ ਹੈ ਖਤਮ ਕਰਨ ਵਾਸਤੇ ਜਿਹੜੇ ਹੈ ਇਹ ਐਕਟ ਬਣਾਏ ਜਾ ਰਹੇ ਹੈ। ਲੇਕਿਨ ਇਹਨਾਂ ਐਕਟ ਦਾ ਮਤਲਬ ਇਹ ਨਹੀਂ ਹੈ ਕਿ ਮੈਰਿਜ ਹੋ ਹੀ ਨਹੀਂ ਸਕਦੀ ਜਾਂ ਰਿਲੀਜੀਅਸ ਕਨਵਰਜ਼ਨ ਜਿਹੜਾ ਹੈ ਉਹ ਮੈਰਿਜ ਦੇ ਪਰਪਸ ਵਾਸਤੇ ਹੋ ਨਹੀਂ ਸਕਦਾ। ਹੋ ਸਕਦਾ ਹੈ। ਉਹਦੇ ਲਈ ਕੀ ਹੈ ਕਪਲ ਨੂੰ 60 ਡੇਜ਼ ਪ੍ਰਾਇਰ ਕਪਲ ਨੂੰ ਜਾਂ ਫਿਰ ਜਿੰਨੇ ਵੀ ਧਰਮ ਕਨਵਰਟ ਕਰਨਾ ਹੈ ਉਹਨੂੰ 60 ਡੇਜ਼ ਪ੍ਰਾਇਰ ਜਿਹੜਾ ਹੈ ਉਹ ਡੀਐਮ ਨੂੰ ਐਪਲੀਕੇਸ਼ਨ ਦੇਣੀ ਪਏਗੀ, ਡਿਸਟ੍ਰਿਕਟ ਮੈਜਿਸਟ੍ਰੇਟ ਨੂੰ। ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਹੈ ਇੱਕ ਕਮੇਟੀ ਬਣਾਏਗਾ। ਉਸ ਕਮੇਟੀ ਦੇ ਵਿੱਚ ਪੁਲਿਸ ਵਾਲੇ ਵੀ ਹੋਣਗੇ ਤਾਂ ਉਹ ਹਰ ਪਹਿਲੂ ਦੀ ਜਾਂਚ ਕਰਨਗੇ ਕਿ ਵਟ ਇਜ਼ ਦੀ ਪਰਪਸ ਕੀ ਹੈ। ਅਗਰ ਇਹਨਾਂ ਵੱਲੋਂ ਹਰੀ ਝੰਡੀ ਮਿਲੂਗੀ ਤਾਂ ਜਿਹੜਾ ਹੈ ਉਹ ਧਰਮ ਪਰਿਵਰਤਨ ਹੋਏਗਾ ਤੇ ਮੈਰਿਜ ਉਵੇਂ ਹੋ ਸਕਦੀ ਹੈ। ਸੋ ਇਹ ਸੀਗਾ ਜੀ ਐਂਟੀ ਕਨਵਰਜ਼ਨ ਲਾਅ ਤੇ ਸੁਪਰੀਮ ਕੋਰਟ ਨੇ ਜਿਹੜਾ ਕਿਹਾ ਹੈ ਕਿ ਅਸੀਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਜਿਹੜੇ ਲਾਅ ਹੈ ਉਹਨਾਂ ਨੂੰ ਸਟੱਡੀ ਕਰਾਂਗੇ। ਸੋ ਆਈ ਹੋਪ ਤੁਹਾਨੂੰ ਥੋੜਾ ਬਹੁਤ ਜ਼ਿਆਦਾ ਤਾਂ ਨਹੀਂ ਥੋੜਾ ਬਹੁਤ ਹੋ ਸਕਦਾ ਹੈ ਮੇਰੇ ਸਮਝਾਏ ਤੇ ਥੋੜਾ ਬਹੁਤ ਸਮਝ ਆਇਆ ਹੋਵੇ ਕਿ ਆਹ ਚੀਜ਼ ਜਿਹੜੀ ਹੈ ਇਹ ਮੇਨ ਹੈਗੀ ਹੈ। ਬਾਕੀ ਤੁਸੀਂ ਇਸ ਤੋਂ ਬਾਅਦ ਦੁਬਾਰਾ ਫਿਰ ਜਦੋਂ ਕਿਸੇ ਆਰਟੀਕਲ ਪੜ੍ਹੋਗੇ ਜਾਂ ਨਿਊਜ਼ਪੇਪਰ ਦੇ ਵਿੱਚ ਦੁਬਾਰਾ ਪੜ੍ਹੋਗੇ ਤਾਂ ਜਦੋਂ ਆਹ ਚੀਜ਼ਾਂ ਤੁਹਾਡੇ ਸਾਹਮਣੇ ਦੁਬਾਰਾ ਆਣਗੀਆਂ ਤਾਂ ਥੋੜਾ ਜਿਹਾ ਤੁਹਾਨੂੰ ਸਮਝਣ ਲੱਗਿਆ ਈਜ਼ੀ ਰਹੇਗਾ। ਨੈਕਸਟ ਹੈ ਜੀ ਰਿਪਬਲਿਕ ਡੇ ਪਰੇਡ। ਓਬਵੀਅਸਲੀ ਜਨਵਰੀ ਹੈ, 26 ਜਨਵਰੀ ਨੂੰ ਰਿਪਬਲਿਕ ਡੇ ਪਰੇਡ ਹੋਏਗੀ। ਸੋ ਰਿਪਬਲਿਕ ਡੇ ਪਰੇਡ ਜਿਹੜੀ ਹੈ ਉਹ ਨਿਊਜ਼ ਦੇ ਵਿੱਚ ਹੈ। ਕਿਉਂ ਨਿਊਜ਼ ਦੇ ਵਿੱਚ ਹੈ? ਕਿਉਂਕਿ ਇਸ ਵਾਰੀ ਇੰਡੀਅਨ ਸੋਲਜਰਸ ਦੇ ਨਾਲ 122 ਬੰਗਲਾਦੇਸ਼ੀ ਸੋਲਜਰਸ ਵੀ ਪਾਰਟ ਲੈਣਗੇ। ਠੀਕ ਹੈ ਜੀ, 122 ਬੰਗਲਾਦੇਸ਼ੀ ਸੋਲਜਰਸ। ਠੀਕ ਹੈ ਜੀ, ਕਿਉਂ ਪਾਰਟ ਲੈਣਗੇ? ਕਿਉਂਕਿ ਜਿਹੜਾ ਹੈ ਇਹ ਉਹਨਾਂ ਦੀ 50th ਜਿਹੜੀ ਹੈ ਉਹ ਇੰਡੀਪੈਂਡੈਂਸ ਡੇ ਦਾ ਹੈ। 50th ਇੰਡੀਪੈਂਡੈਂਸ ਡੇ। ਠੀਕ ਹੈ ਜੀ। ਸੋ ਕਿਉਂਕਿ ਇਹ ਆਜ਼ਾਦ ਹੋਈ ਸੀ 1971 ਦੇ ਵਿੱਚ ਤੇ ਇਹਨਾਂ ਦੀ ਆਜ਼ਾਦੀ ਦੇ ਵਿੱਚ ਇਹ ਵੀ ਮੰਨਦੇ ਆ ਤੇ ਪੂਰਾ ਵਰਲਡ ਵੀ ਮੰਨਦਾ ਹੈ ਕਿ ਇੰਡੀਆ ਨੇ ਜਿਹੜਾ ਹੈ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਸਪੋਰਟ ਕੀਤੀ ਸੀਗੀ। ਤਾਂ ਕਰਕੇ ਐਜ਼ ਅ ਮੈਟਰ ਆਫ ਓਨਰ, ਠੀਕ ਹੈ, ਐਜ਼ ਅ ਮੈਟਰ ਆਫ ਰਿਗਾਰਡ ਇਹਨਾਂ ਦੇ 122 ਸੋਲਜਰ ਜਿਹੜੇ ਕਿ ਟਰਾਈ ਸਰਵਿਸ ਤੋਂ ਹੋਣਗੇ, ਤਿੰਨੋਂ ਤਰ੍ਹਾਂ ਦੀ ਸਰਵਿਸ ਤੋਂ ਜਿਹੜੇ ਹੈ ਇੱਕ ਕੰਟਿੰਜੈਂਟ ਆਏਗਾ ਜਿਹੜਾ ਕਿ ਨਾਲ ਜਿਹੜਾ ਮਾਰਚ ਹੈ ਉਹ ਕਰੇਗਾ। ਪਲੱਸ ਰਿਪਬਲਿਕ ਡੇ ਪਰੇਡ ਇੱਕ ਕਾਰਨ ਕਰਕੇ ਹੋਰ ਵੀ ਨਿਊਜ਼ ਦੇ ਵਿੱਚ ਹੈ। ਅਗਰ ਤੁਹਾਨੂੰ ਪਤਾ ਹੋਵੇ ਕਿ ਕਿਹਨੂੰ ਆਪਾਂ ਜਿਹੜਾ ਹੈ ਚੀਫ ਗੈਸਟ ਲਈ ਇਨਵੀਟੇਸ਼ਨ ਦਿੱਤਾ ਸੀਗਾ, ਉਹ ਇਨਵੀਟੇਸ਼ਨ ਆਪਾਂ ਦਿੱਤਾ ਸੀ ਯੂਕੇ ਦੇ ਪੀਐਮ ਮਿਸਟਰ ਬੋਰਿਸ ਜੌਨਸਨ ਨੂੰ, ਹਨਾ, ਬੋਰਿਸ ਜੌਨਸਨ ਜੀ ਨੂੰ। ਲੇਕਿਨ ਉਹਨਾਂ ਨੇ ਜਿਹੜਾ ਹੈ ਇਹ ਮਨਾ ਕਰਤੀ ਹੈ। ਰੀਜ਼ਨ ਇਜ਼ ਦੀ ਲੋਕਡਾਊਨ ਦੈਟ ਇਜ਼ ਬੀਇੰਗ ਇੰਪੋਜ਼ਡ ਇਨ ਲੰਡਨ ਐਜ਼ ਵੈਲ ਐਜ਼ ਕੰਪਲੀਟ ਇੰਗਲੈਂਡ। 31 ਮਾਰਚ ਤੱਕ ਜਿਹੜਾ ਹੈ ਉੱਥੇ ਨਵੇਂ ਸਟ੍ਰੇਨ ਕਰਕੇ ਜਿਹੜਾ ਲੋਕਡਾਊਨ ਲੱਗਿਆ ਹੋਇਆ ਹੈ, ਉਸ ਵਜ੍ਹਾ ਨਾਲ ਉਹਨਾਂ ਨੇ ਆਪਣੀਆਂ ਸਾਰੀਆਂ ਵਿਜ਼ਿਟਸ, ਜਿੰਦੇ ਵਿੱਚ ਜਨਵਰੀ ਦੇ ਲਾਸਟ ਸਪਤਾਹ ਦੇ ਵਿੱਚ ਇੰਡੀਆ ਦੀ ਵੀ ਵਿਜ਼ਿਟ ਸੀਗੀ, ਉਸ ਵਿਜ਼ਿਟ ਨੂੰ ਉਹਨਾਂ ਨੇ ਜਿਹੜਾ ਹੈ ਉਹ ਰੱਦ ਕਰਤਾ ਹੈ। ਤਾਂ ਕਰਕੇ ਰਿਪਬਲਿਕ ਡੇ ਪਰੇਡ ਦੇ ਉੱਪਰ ਆਪਣੇ ਜਿਹੜੇ ਚੀਫ ਗੈਸਟ ਜਿਹੜੇ ਬੋਰਿਸ ਜੌਨਸਨ ਜੀ ਨੂੰ ਆਪਾਂ ਕਿਹਾ ਸੀਗਾ ਉਹ ਇਸ ਵਾਰੀ ਜਿਹੜੇ ਹੈ ਚੀਫ ਗੈਸਟ ਨਹੀਂ ਹੋਣਗੇ। ਠੀਕ ਹੈ ਜੀ, ਕੋਈ ਹੋਰ ਨਵਾਂ ਹੋਏਗਾ ਤਾਂ ਉਹ ਆਪਾਂ ਅਗਲੇ ਸੰਡੇ ਤੱਕ ਜਦੋਂ ਵੀ ਆਏਗਾ ਆਪਾਂ ਕਰ ਲਾਂਗੇ। ਠੀਕ ਹੈ ਜੀ। ਸੋ ਇਹ ਹੈ ਜੀ ਨਿਊਜ਼ ਦੇ ਵਿੱਚ ਰਿਪਬਲਿਕ ਡੇ ਪਰੇਡ। ਨੈਕਸਟ ਹੈ ਜੀ ਨਾਰਥ ਈਸਟ ਫਸਟ ਖੇਲੋ ਇੰਡੀਆ ਸਪੋਰਟਸ ਸਕੂਲ। ਇਹ ਇੰਪੋਰਟੈਂਟ ਹੈ ਜੀ ਕਿ ਖੇਲੋ ਇੰਡੀਆ, ਸਭ ਤੋਂ ਪਹਿਲਾਂ ਤਾਂ ਖੇਲੋ ਇੰਡੀਆ ਤੁਹਾਨੂੰ ਪਤਾ ਹੋਣਾ ਚਾਹੀਦਾ। ਖੇਲੋ ਇੰਡੀਆ ਕੀ ਹੈ? ਖੇਲੋ ਇੰਡੀਆ ਜੋ ਹੈ ਇਹ ਮਿਨਿਸਟਰੀ ਆਫ ਯੂਥ ਐਂਡ ਸਪੋਰਟਸ ਜਿਹੜੀ ਹੈ ਉਹਦਾ ਇੱਕ ਮਹੱਤਵਕਾਂਸ਼ੀ ਸਕੀਮ ਹੈਗੀ ਹੈ, ਜਿਹਦੇ ਤਹਿਤ ਆਪਾਂ ਕੀ ਕਰਦੇ ਹਾਂ, ਜਿਹਦੇ ਤਹਿਤ ਕੀ ਚੀਜ਼ ਹੁੰਦੀ ਹੈ ਕਿ ਗ੍ਰਾਸ ਰੂਟ ਲੈਵਲ ਤੋਂ ਟੈਲੈਂਟ ਨੂੰ ਚੱਕਣ ਵਾਸਤੇ। ਠੀਕ ਹੈ, ਕਿਉਂਕਿ ਇੰਡੀਆ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕੁ ਜਿਹੜਾ ਹੈ ਉਹ ਅਗਰ ਆਪਾਂ ਗੱਲ ਕਰੀਏ ਕਿ ਓਲੰਪਿਕਸ ਦੀ ਜਾਂ ਹੋਰ ਕੋਈ ਏਸ਼ੀਅਨ ਸਪੋਰਟਸ ਦੀ ਜਾਂ ਕਈ ਹੋਰ ਜਿਹੜੇ ਸਪੋਰਟਸ ਹੁੰਦੇ ਆ ਉਹਨਾਂ ਦੇ ਵਿੱਚ ਸਪੈਸ਼ਲੀ ਐਥਲੀਟਸ ਦੇ ਵਿੱਚ ਇੰਡੀਆ ਦੇ ਜਿਹੜਾ ਹੈ ਉਹ ਰਿਜ਼ਲਟ ਉਹਨਾਂ ਫੇਵਰੇਬਲ ਨਹੀਂ ਹੁੰਦਾ। ਸੋ ਉਹਦੇ ਲਈ ਕੀ ਕੀਤਾ ਹੋਇਆ ਖੇਲੋ ਇੰਡੀਆ ਅੱਜ ਦੀ ਸਕੀਮ ਨਹੀਂ ਹੈ। ਖੇਲੋ ਇੰਡੀਆ ਤਾਂ ਕਾਫੀ ਪੁਰਾਣੀ ਸਕੀਮ ਹੈ। 3rd ਐਡੀਸ਼ਨ ਵੀ ਪਿਛਲੇ ਸਾਲ ਹੋ ਚੁੱਕਿਆ ਖੇਲੋ ਇੰਡੀਆ ਯੂਥ ਗੇਮਸ ਦਾ। ਇਸ ਵਾਰੀ ਵੀ ਹੋਏਗਾ 2021 ਦੇ ਵਿੱਚ ਹਰਿਆਣਾ ਦੇ ਪੰਚਕੂਲਾ ਦੇ ਵਿੱਚ। ਲੇਕਿਨ ਖੇਲੋ ਇੰਡੀਆ ਇੱਕ ਸਕੀਮ ਕੀ ਹੈ ਗਵਰਨਮੈਂਟ ਦੀ? ਖੇਲੋ ਇੰਡੀਆ ਹੈ ਕਿ ਸਕੂਲਾਂ ਤੋਂ ਹੀ, ਠੀਕ ਹੈ, ਈਵਨ ਪਿੰਡਾਂ ਚੋਂ ਸ਼ਹਿਰਾਂ ਚੋਂ ਇੱਕ ਗ੍ਰਾਸ ਰੂਟ ਲੈਵਲ ਤੇ ਟੈਲੈਂਟ ਨੂੰ ਜਿਹੜਾ ਹੈ ਉਹ ਗ੍ਰਿਲ ਕੀਤਾ ਜਾਵੇ ਤਾਂ ਕਿ ਉਹ ਫਰਦਰ ਆਉਣ ਵਾਲੇ ਜਿਹੜੇ ਸਾਲ ਹੈਗੇ ਆ ਉਹਨਾਂ 'ਚ ਇੰਡੀਆ ਦਾ ਸਪੈਸ਼ਲੀ ਇਨ ਓਲੰਪਿਕਸ ਰਿਜ਼ਲਟ ਨੂੰ ਇੰਪਰੂਵ ਕੀਤਾ ਜਾਵੇ। ਉਹਦੇ ਤਹਿਤ ਖੇਲੋ ਇੰਡੀਆ ਸਪੋਰਟਸ ਸਕੂਲ ਵੀ ਖੋਲੇ ਜਾਣਗੇ। ਉਹਦੇ ਤਹਿਤ ਜਿਹੜੇ ਖੇਲ ਸਕੂਲ ਖੋਲੇ ਜਾਣਗੇ ਉਹਨਾਂ ਨੂੰ ਸਪੈਸ਼ਲ ਗ੍ਰਾਂਟ ਦਿੱਤੀ ਜਾਊਗੀ ਖੇਲਾਂ ਦੀ।
ਹੁਣ ਤੱਕ 9 ਇਹੋ ਜਿਹੇ ਸਕੂਲ ਜਿਹੜੇ ਹੈ ਉਹ ਖੋਲੇ ਜਾ ਚੁੱਕੇ ਹੈ ਤੇ ਨਾਰਥ ਈਸਟ ਜਿਹੜਾ ਆਪਣਾ ਉੱਤਰ ਪੂਰਬੀ ਜਿਹੜਾ ਭਾਰਤ ਹੈ, ਉੱਤਰ ਪੂਰਬੀ ਭਾਰਤ ਦੀ ਕੋਈ ਵੀ ਨਿਊਜ਼ ਹੋਵੇ ਨਾ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਉਹਦੇ ਵਿੱਚ ਪਹਿਲਾ ਸਕੂਲ ਖੋਲਿਆ ਗਿਆ ਹੈ ਅਸਮ ਰਾਈਫਲਸ ਪਬਲਿਕ ਸਕੂਲ ਸ਼ਿਲੋਂਗ। ਸੋ ਸ਼ਿਲੋਂਗ ਦੇ ਅਸਮ ਰਾਈਫਲ ਪਬਲਿਕ ਸਕੂਲ ਨੂੰ ਚੁਣਿਆ ਗਿਆ ਹੈ ਤੇ ਉਹਨੂੰ ਇਨੋਗ੍ਰੇਟ ਕਰ ਰਿਹਾ ਸ਼੍ਰੀ ਕਿਰਨ ਰਿਜੀਜੂ ਜੀ। ਕਿਰਨ ਰਿਜੀਜੂ ਜਿਹੜੇ ਆਪਣੇ ਮਿਨਿਸਟਰ ਹੈ ਸਪੋਰਟਸ ਦੇ। ਇਹਨਾਂ ਦੀ ਕਨਸਟੀਟੂਐਂਸੀ ਕਿੱਥੋਂ ਇਹ ਐਮਪੀ ਹੈਗੇ ਹੈ, ਵੈਸਟ ਅਰੁਣਾਚਲ ਪ੍ਰਦੇਸ਼ ਤੋਂ। ਤੇ ਇਦਾਂ ਦੇ ਜਿਹੜੇ 9 ਸਕੂਲ ਹੈ ਉਹ ਚੁਣੇ ਗਏ ਹੈ। ਇਹ ਹੈ ਜੀ ਨਾਰਥ ਈਸਟ ਫਸਟ ਖੇਲੋ ਇੰਡੀਆ ਸਪੋਰਟਸ ਸਕੂਲ। ਖੇਲੋ ਇੰਡੀਆ ਗੇਮਸ ਹੁੰਦੀਆਂ ਹਰ ਸਾਲ, ਖੇਲੋ ਇੰਡੀਆ ਯੂਥ ਗੇਮਸ ਹੁੰਦੀਆਂ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਹੁੰਦੀਆਂ, ਖੇਲੋ ਇੰਡੀਆ ਵਿੰਟਰ ਗੇਮਸ ਵੀ ਸ਼ੁਰੂ ਕਰਤੀਆਂ ਇਸ ਟਾਈਮ। ਜਿਹੜੀ ਆਈਸ ਹਾਕੀ ਦਾ ਜਿਹੜਾ ਟੂਰਨਾਮੈਂਟ ਹੋ ਰਿਹਾ ਲੱਦਾਖ ਦੇ ਵਿੱਚ, ਇਹ ਚੀਜ਼ ਪਿਛਲਾ ਜਿਹੜਾ ਹੋਇਆ ਸੀਗਾ ਗੁਵਾਹਾਟੀ ਦੇ ਵਿੱਚ ਹੋਇਆ ਸੀਗਾ ਖੇਲੋ ਇੰਡੀਆ ਯੂਥ ਗੇਮਸ ਦੀ। ਅਗਰ ਆਪਾਂ ਗੱਲ ਕਰੀਏ ਮਹਾਰਾਸ਼ਟਰ ਨੇ ਉਹਦੇ ਸਭ ਤੋਂ ਜ਼ਿਆਦਾ ਮੈਡਲ ਜਿਹੜੇ ਹੈ ਉਹ ਜਿੱਤੇ ਸੀਗੇ ਤੇ ਬੈਸਟ ਜਿਹੜੀ ਫੀਮੇਲ ਐਥਲੀਟ ਸੀਗੀ ਉਹ ਸੀਗੀ ਸ਼ਿਵਾਂਗੀ ਸ਼ਰਮਾ ਆਫ ਸਵੀਮਿੰਗ। ਠੀਕ ਹੈ, ਹੁਣ ਲੇਕਿਨ 2021 ਦੇ ਵਿੱਚ ਨਵਾਂ ਜਿਹੜੀ ਗੇਮਸ ਹੋਣਗੀਆਂ ਖੇਲੋ ਇੰਡੀਆ ਦਾ ਚੌਥਾ ਐਡੀਸ਼ਨ ਹੋਏਗਾ ਜਿਹੜਾ ਕਿ ਟੋਕੀਓ 올림픽 ਤੋਂ ਬਾਅਦ ਹੋਏਗਾ। ਉਹ ਐਂਡ ਕਿੱਥੇ ਹੋ ਰਿਹਾ ਉਹ ਪੰਚਕੁਲਾ ਦੇ ਵਿੱਚ ਹੋ ਰਿਹਾ ਹੈ। ਹੁਣ ਅਗਰ ਆਪਾਂ ਇੱਥੇ ਗੱਲ ਕਰੀਏ ਕਿ ਆਹ ਇੱਕ ਇੰਪੋਰਟੈਂਟ ਟਰਮ ਆ ਰਹੀ ਹੈ ਅਸਮ ਰਾਈਫਲਸ, ਕੀ ਆਪਾਂ ਇਹ ਪਹਿਲਾਂ ਵੀ ਸੁਣੀ ਹੋਈ ਹੈ। ਅਸਮ ਰਾਈਫਲ ਕੀ ਹੈ? ਅਸਮ ਰਾਈਫਲ ਇੰਡੀਆ ਦੀ ਓਲਡੈਸਟ ਪੈਰਾਮਿਲਟਰੀ ਫੋਰਸ ਹੈ, ਓਲਡੈਸਟ ਪੈਰਾਮਿਲਟਰੀ ਫੋਰਸ। ਠੀਕ ਹੈ, ਪੈਰਾਮਿਲਟਰੀ ਫੋਰਸ ਹੁੰਦੀ ਨਾ ਜਿਵੇਂ CRPF ਹੈ, CISF ਹੈ। ਠੀਕ ਹੈ, ਸੋ ਇਹ ਸਾਰੀਆਂ ਜਾਂ ਹੈਗੀਆਂ ਆਪਣੀਆਂ ਇੰਡੋ ਤਿਬੇਤੀਅਨ ਬੋਰਡਰ ਪੁਲਿਸ ITBP। ਸੋ ਉਸੇ ਤਰ੍ਹਾਂ ਅਸਮ ਰਾਈਫਲ ਇੰਡੀਆ ਦੀ ਓਲਡੈਸਟ ਜਿਹੜੀ ਹੈ ਉਹ ਪੈਰਾਮਿਲਟਰੀ ਫੋਰਸ ਹੈ ਜਿਹਨੂੰ 1835 ਦੇ ਵਿੱਚ ਬਣਾਇਆ ਗਿਆ ਸੀ। 1835 ਦੇ ਵਿੱਚ ਤੇ ਉਸ ਟਾਈਮ ਤੇ ਅੰਗਰੇਜ਼ਾਂ ਦੇ ਟਾਈਮ ਤੇ ਇਹਨੂੰ ਕੀ ਕਿਹਾ ਜਾਂਦਾ ਸੀਗਾ? ਇਹਨੂੰ ਕਿਹਾ ਜਾਂਦਾ ਸੀ ਕਾਚਰ ਲੇਵੀ, ਕਾਚਰ ਲੇਵੀ। ਸੋ ਕੁਐਸਚਨ ਬਣ ਸਕਦਾ ਹੈ ਕਿ ਇੰਡੀਆ ਦੀ ਪੈਰਾਮਿਲਟਰੀ ਫੋਰਸ ਜਿਹਦਾ ਪੁਰਾਣਾ ਨਾਮ ਕਾਚਰ ਲੇਵੀ ਸੀਗਾ ਉਹ ਕਿਹੜੀ ਹੈ? ਉਹ ਹੈ ਅਸਮ ਰਾਈਫਲਸ ਤੇ ਇਹਦਾ ਹੈੱਡਕੁਆਟਰ ਜਿਹੜਾ ਹੈ ਉਹ ਸ਼ਿਲੋਂਗ ਦੇ ਵਿੱਚ ਹੀ ਹੈ, ਜਿੱਥੇ ਆ ਸਕੂਲ ਹੈ ਨਾ ਸ਼ਿਲੋਂਗ। ਨਾਮ ਅਸਮ ਹੈ, ਅਸਮ ਰਾਈਫਲਸ ਦੇ ਹੈ, ਲੇਕਿਨ ਉਹਦਾ ਜਿਹੜਾ ਹੈੱਡਕੁਆਟਰ ਹੈ ਉਹ ਹੈ ਮੇਘਾਲਿਆ ਦੀ ਕੈਪੀਟਲ ਸ਼ਿਲੋਂਗ ਦੇ ਵਿੱਚ। ਫਿਰ ਅਗਰ ਆਪਾਂ ਗੱਲ ਕਰੀਏ ਕਹਿੰਦੇ ਕਰੰਟ ਡਾਇਰੈਕਟਰ ਜਨਰਲ ਕੌਣ ਹੈਗੇ ਆ? ਕਰੰਟ ਡਾਇਰੈਕਟਰ ਜਨਰਲ ਹੈਗੇ ਆ ਲੈਫਟੀਨੈਂਟ ਜਨਰਲ ਸੁਖਦੀਪ ਸਾਂਗਵਾਨ। ਸੁਖਦੀਪ ਸਾਂਗਵਾਨ ਜਿਹੜੀ ਹੈ ਦੇ ਕਰੰਟ ਡਾਇਰੈਕਟਰ ਜਨਰਲ। ਫਿਰ ਗੱਲ ਕਰਦੇ ਹਾਂ ਜੀ ਆਪਣੀ ਇੱਕ ਇੰਟਰਨੈਸ਼ਨਲ ਜਿਹੜਾ ਬਰਨਿੰਗ ਇਸ਼ੂ ਹੈ। ਇੰਟਰਨੈਸ਼ਨਲ ਬਰਨਿੰਗ ਇਸ਼ੂ ਤੁਹਾਨੂੰ ਪਤਾ ਹੀ ਹੈ ਬਰਨਿੰਗ ਇਸ਼ੂ ਵੀ ਕੀ ਹੈ। ਆਹ ਚੀਜ਼ ਬਰਨ ਵਾਕਈ ਬਰਨ ਹੋ ਰਹੀ ਹੈ। ਕੀ ਚੀਜ਼ ਬਰਨ ਹੋ ਰਹੀ ਹੈ? ਬਰਨ ਹੋ ਰਹੀ ਹੈ ਕੈਪੀਟਲ ਹਿੱਲ। ਕੈਪੀਟਲ ਹਿੱਲ, ਹੁਣ ਇਹ ਕੈਪੀਟਲ ਹਿੱਲ ਕੀ ਹੈ? USA ਦੀ ਜਿਹੜੀ ਪਾਰਲੀਮੈਂਟ ਹੈ ਉਹਨੂੰ ਕਹਿੰਦੇ ਆ USA ਦੀ ਕਾਂਗਰਸ। USA ਦੀ ਜਿਹੜੀ ਕਾਂਗਰਸ ਹੈ ਉਹਦੀ ਬਿਲਡਿੰਗ ਨੂੰ ਕਹਿੰਦੇ ਆ ਕੈਪੀਟਲ ਹਿੱਲ। ਠੀਕ ਹੈ, ਤੇ ਉਸ ਬਿਲਡਿੰਗ ਦੇ ਵਿੱਚ ਜਿਹੜਾ ਹੈ ਕੀ ਹੋਇਆ, ਜਿਹੜਾ ਉਸ ਬਿਲਡਿੰਗ ਦੇ ਵਿੱਚ ਇਸ ਵੀਕ ਜਿਹੜੀ ਹੈ ਸਾਰੀ ਸੀਨੇਟ ਨੇ ਇਕੱਠਾ ਹੋਣਾ ਸੀਗਾ ਤੇ ਉਹ ਸੀਨੇਟ ਨੇ ਜਿਹੜਾ ਹੈ ਇਹ ਕਨਫਰਮ ਕਰਨਾ ਸੀਗਾ ਕਿ ਹਾਂ ਜੋ ਬਾਈਡਨ ਜਿਹੜੇ ਹੈ ਉਹ ਵਿਕਟਰੀ ਹੋ ਚੁੱਕੀ ਹੈ ਉਹਨਾਂ ਦੀ ਤੇ ਉਹ 46 ਜਿਹੜੇ ਪ੍ਰੈਜ਼ੀਡੈਂਟ ਹੈ ਉਹ ਬਣਨਗੇ। ਲੇਕਿਨ ਉਹਦੇ ਵਿੱਚ ਜਿਹੜੀ ਪ੍ਰੋ ਟਰੰਪ ਮੋਬ ਹੈਗੀ ਹੈ, ਯਾਨੀ ਕਿ ਜਿਹੜੇ ਟਰੰਪ ਸਮਰਥਕ ਜਿਹੜੀ ਭੀੜ ਹੈ ਉਹਨੇ ਉਸ ਕੈਪੀਟਲ ਹਿੱਲ ਤੇ ਉਸ ਬਿਲਡਿੰਗ ਤੇ ਹੀ ਹਮਲਾ ਕਰਤਾ ਤੇ 4 ਲੋਕਾਂ ਦੀ ਜਿਹੜੀ ਹੈ ਉਹਦੇ 'ਚ ਮੌਤ ਵੀ ਹੋਈ। ਠੀਕ ਹੈ, ਸੋ ਇਹ ਨਿਊਜ਼ ਦੇ ਵਿੱਚ ਰਿਹਾ ਜੀ। ਤੇ ਇਹਦੇ 'ਚ ਇਹ ਨਿਊਜ਼ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਨਾਲ ਬ੍ਰਿਟੇਨ ਦੀ USA ਦੀ ਸੀਨੇਟ ਤਾਂ ਵੀ ਜਿਹੜੀ ਹੈ ਇੰਪੋਰਟੈਂਟ ਰਹੀ ਕਿਉਂਕਿ ਫਸਟ ਬਲੈਕ ਸੀਨੇਟਰ ਜਿਹੜੇ ਹੈ ਉਹ ਜਾਰਜੀਆ ਤੋਂ ਚੁਣੇ ਗਏ। ਇਸ ਚੀਜ਼ ਲਈ ਵੀ ਜਿਹੜਾ ਹੈ ਇਹ ਸਭ ਤੋਂ ਇੰਪੋਰਟੈਂਟ ਰਿਹਾ। ਹੋਰ ਅਗਰ ਆਪਾਂ ਗੱਲ ਕਰੀਏ ਤਾਂ ਅਗਰ ਬ੍ਰਿਟੇਨ ਦੀ ਸੰਸਦ ਦੀ ਅਗਰ ਆਪਾਂ ਮੈਂ ਬ੍ਰਿਟੇਨ ਕਹਿ ਰਿਹਾ USA, ਅਗਰ ਆਪਾਂ USA ਦੀ ਸੰਸਦ ਦੀ ਗੱਲ ਕਰੀਏ ਤਾਂ ਉਹਦੇ ਜਿਵੇਂ ਅਪਰ ਹਾਊਸ ਤੇ ਲੋਅਰ ਹਾਊਸ ਦੀ ਅਗਰ ਆਪਾਂ ਗੱਲ ਕਰਦੇ ਹਾਂ, ਅਪਰ ਹਾਊਸ ਤੇ ਲੋਅਰ ਹਾਊਸ। ਇੰਡੀਆ ਦੇ ਵਿੱਚ ਅਪਰ ਹਾਊਸ ਨੂੰ ਕੀ ਕਹਿੰਦੇ ਆ? ਰਾਜ ਸਭਾ। ਇੱਥੇ ਕੀ ਕਹਿੰਦੇ ਆ ਅਪਰ ਹਾਊਸ ਨੂੰ? ਅਪਰ ਹਾਊਸ ਨੂੰ ਕਹਿੰਦੇ ਆ ਸੀਨੇਟ। ਇੱਥੇ ਸੀਨੇਟ ਕਹਿੰਦੇ ਆ। ਠੀਕ ਹੈ, ਤੇ ਟੋਟਲ 100 ਹੁੰਦੇ ਆ। ਹਰ ਜਿਹੜੀ ਇਹਨਾਂ ਦੀ ਜਿਹੜੀ ਸਟੇਟ ਹੈ ਨਾ, ਹਰ ਸਟੇਟ ਚੋਂ 2 ਰਿਪਰੈਜ਼ੈਂਟੇਟਿਵ ਐਜ਼ ਏ ਸੀਨੇਟਰ ਚੁਣੇ ਜਾਂਦੇ ਆ। ਹਰ ਸਟੇਟ ਚੋਂ 2 ਰਿਪਰੈਜ਼ੈਂਟੇਟਿਵ ਐਜ਼ ਏ ਸੀਨੇਟ ਜਿਹੜੇ ਹੈ ਉਹ ਚੁਣੇ ਜਾਂਦੇ ਆ। ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤੇ ਇਹ ਜਿਹੜੀ ਸੀਨੇਟ ਅਪਰ ਹਾਊਸ ਹੁੰਦਾ ਹੈ ਇਹਦੇ ਜਿਹੜੇ ਪ੍ਰੀਜ਼ਾਈਡਿੰਗ ਆਫੀਸਰ, ਜਿਵੇਂ ਆਪਣੇ ਰਾਜ ਸਭਾ ਦੇ ਪ੍ਰੀਜ਼ਾਈਡਿੰਗ ਆਫੀਸਰ ਕੌਣ ਹੁੰਦੇ ਆ? ਉਪ ਰਾਸ਼ਟਰਪਤੀ। ਇਹਨਾਂ ਦੇ ਵੀ ਪ੍ਰੀਜ਼ਾਈਡਿੰਗ ਆਫੀਸਰ ਜਿਹੜੇ ਹੈ ਉਹ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ। ਪਹਿਲਾਂ ਮਾਈਕ ਪੈਂਸ ਸੀਗੇ, ਹੁਣ ਨਵੇਂ ਕੌਣ ਬਣੇ ਆ? ਕੈਮਲਾ ਹੈਰਿਸ। ਠੀਕ ਹੈ, ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿਹੜੀਆਂ ਪਾਵਰ ਹੁੰਦੀਆਂ ਸੀਨੇਟ ਕੋਲੋਂ? ਸੀਨੇਟ ਕੋਲੋਂ ਪਾਵਰ ਹੁੰਦੀਆਂ ਕਿਸੇ ਵੀ ਤਰ੍ਹਾਂ ਦੀਆਂ ਟ੍ਰੀਟੀਜ਼ ਨੂੰ ਅਪਰੂਵ ਕਰਨ ਦੀਆਂ, ਕਨਫਰਮੇਸ਼ਨ ਆਫ ਕੈਬਨਿਟ, ਜਿਹੜੇ ਸੈਕਟਰੀਜ਼ ਵਗੈਰਾ ਹੁੰਦੇ ਆ ਜਾਂ ਕੋਈ ਸੁਪਰੀਮ ਕੋਰਟ ਫੈਡਰਲ ਦੇ ਜਿਹੜੇ ਜੱਜਿਸ ਹੁੰਦੇ ਆ, ਜਿਹੜੀ ਵੀ ਅਪਾਇੰਟਮੈਂਟ ਹੁੰਦੀ ਹੈ ਉਹਨਾਂ ਨੂੰ ਅਪਰੂਵ ਕੌਣ ਕਰਦਾ ਹੈ? ਸੀਨੇਟ ਅਪਰੂਵ ਕਰਦੀ ਹੈ। ਫਿਰ ਅਗਰ ਆਪਾਂ ਲੋਅਰ ਹਾਊਸ ਦੀ ਗੱਲ ਕਰੀਏ, ਜਿਵੇਂ ਇੰਡੀਆ ਦੇ ਵਿੱਚ ਲੋਕ ਸਭਾ ਹੁੰਦਾ ਹੈ, ਇਹਨਾਂ ਦੇ ਲੋਅਰ ਹਾਊਸ ਨੂੰ ਕਹਿੰਦੇ ਆ ਹਾਊਸ ਆਫ ਰਿਪਰੈਜ਼ੈਂਟੇਟਿਵ। ਮੈਂ ਸ਼ੋਰਟਸ ਲਿਖ ਰਿਹਾ, ਹਾਊਸ ਆਫ
रिप्रजेंटेटिव्स कहते हैं। उहदे च की होंदा है हर डिस्ट्रिक्ट का एक जिहड़ा है रिप्रजेंटेटिव होंदा है, हर डिस्ट्रिक्ट का। सीनेट की सीगा हर स्टेट के 2 रिप्रजेंटेटिव, लेकिन हर डिस्ट्रिक्ट का एक रिप्रजेंटेटिव होंदा है अपने इन्हां दे हाउस ऑफ रिप्रजेंटेटिव दे विच। किन्ने मैंबर होंदे हैं? मैंबर होंदे हैं 441, 436 प्लस 5 होंदे है 441, याद रख लो 441 मैंबर होंदे है। ते प्रिजाइडिंग ऑफिसर होंदे है स्पीकर ऑफ दी हाउस। ਹੁਣ ਆ ਜਿਹੜੀ ਸੈਕਿੰਡ ਨਿਊਜ਼ ਰਹੀ ਇਹ ਵੀ ਇੰਪੋਰਟੈਂਟ ਹੈ ਕਿ ਅਗਰ ਆਪਾਂ ਜਿਹੜੀ ਸੀਨੇਟ ਦੀ ਗੱਲ ਕਰਦੇ ਹਾਂ, ਜਿਵੇਂ ਆਪਣੇ ਇੱਥੇ ਰਾਜ ਸਭਾ ਦੇ ਐਮਪੀ ਹੁੰਦੇ ਹੈ, ਉਵੇਂ ਸੀਨੇਟ ਦੇ ਵੀ ਜਿਹੜੇ ਚੁਣਾਵ ਹੋਏ ਤਾਂ ਜਾਰਜੀਆ ਤੋਂ ਪਹਿਲੀ ਵਾਰੀ ਇੱਕ ਜਿਹੜੇ ਬਲੈਕ ਜਿਵੇਂ ਉੱਥੇ ਅਸ਼ਵੇਤ ਕਹਿ ਦਿੰਦੇ ਆ ਸੀਨੇਟਰ ਚੁਣੇ ਗਏ ਹੈ, ਜਿਨ੍ਹਾਂ ਦਾ ਨਾਮ ਹੈ ਰਾਫੇਲ ਵਾਰਨੋਕ। ठीक है जी, ये चुने गए है। ओके है जी, सो ये भी चुने गए क्योंकि ये फर्स्ट ब्लैक हैगी है तो इंपोर्टेंट हैगी है। सो अदरवाइज एक जी सीट है ऐसी जॉर्जिया डिस्ट्रिक्ट एक जी दो रिप्रजेंटेटिव है ना, दोनों ही जड़े है वो जी अपने जो बाइडन जिहड़ी है, जो बाइडन की ही पार्टी जिहड़ी है उन्हां तो चुने गए है। ठीक है जी, डेमोक्रेट तो डेमोक्रेट इन्हां दी पार्टी है डेमोक्रेट, ते जिहड़ी अपने जो ट्रंप की अगर आपां गल करिए तो उन्हां दी पार्टी है रिपब्लिक। उत्थे दो ही पार्टी का मेन हुंदा है। ते राफेल वार्नोक तो बाद जिहड़े है 2 चुने जाण नाल सीनेट दे विच हुण 50-50 हो चुके हैं, 50-50। ठीक है जी, मीनस 50 सीटां रिपब्लिक कोलों है ते 50 सीटां ही जिहड़ियां है वो डेमोक्रेट कोलों हैगियां। ओके है जी, तो अगर कभी इन्हों का जिवें है किसी गल ते टाई अप भी होया तो मेन जिहड़ा वोट है वो किंदा पएगा? कैमला हैरिस वाइस प्रेजिडेंट का। इट मीनस कि उत्थे जिहड़ा सीनेट है, सीनेट दे विच जिहड़ा है किंदी ज़्यादा प्रभुता होगी, किंदी ज़्यादा होगी? अपने इन्हां दी डेमोक्रेट्स दी, मीनस जो बाइडन वाली पार्टी दी। चलो जी नैक्सट आपां गल करते हैं जी। सो हुण आपां चलदे हां जी, ये सीगे बर्निंग इशूज। आई होप तुहानूं ठीक लग्या होएगा, तुहानूं समझ आए होणगे कि इस हफ्ते दे किहड़े-किहड़े 6 बर्निंग इशू सब तो इंपोर्टेंट रहे। चलो जी हुण आपां गल करदे हां मोस्ट इंपोर्टेंट क्वेश्चंस ऑफ द वीक। सो हुण तुसीं रेडी हो जाओ, कॉपी पेन हो सके तो आपदे कोलों रखो, अदरवाइज जिहड़ा है माइंड दे विच क्वेश्चन नूं आंसर करो। ते 10 सेकंड का टाइम होएगा तुहाडे कोलों, ते आपां उस तो बाद उहदे आंसर दी पड़ताल करांगे, ते नाल अगर कोई रिलेटेड क्वेश्चन होर बनता है तो मैं थोड़े तो पूछूंगा। चलो जी फिर फर्स्ट क्वेश्चन सोर्सिस है द हिंदू, द ट्रिब्यून, जिथों भी ये क्वेश्चन जिहड़े है किहड़ियां न्यूज़ तो बनाए गए हैं वो इन्हां 4 जिहड़े सोर्सिस तो बनाए गए हैं। फर्स्ट क्वेश्चन, कोवैक्सीन which has got the approval for emergency medical use by DCGI is the vaccine developed by which of the following organization of India? ठीक है जी, सो लास्ट टाइम आप बर्निंग इशू दे विच कीता सीगा कोरोना वैक्सीन। ठीक है, सो कोरोना वैक्सीन का एक क्वेश्चन थोड़े सामने है कि जी कोवैक्सीन है जिन्होंने DCGI ने अप्रूवल दी है, वो वैक्सीन इन्हां चों किहड़े इंस्टीट्यूट ने बनाई है? इज इट सेरम इंस्टीट्यूट ऑफ इंडिया, टाटा इंस्टीट्यूट ऑफ एडवांस साइंसिस, भारत बायोटेक और IIS यानी कि IISC कह देंगे इंडियन इंस्टीट्यूट ऑफ साइंसिस। सो की आंसर आएगा जी इहदा? फटाफट आंसर दसो इहदा कमेंट बॉक्स दे विच। कोवैक्सीन की अगर आप गल करिए फ्रेंड्स, कोवैक्सीन किन्ने अप्रूव की? ड्रग कंट्रोलर जनरल ऑफ इंडिया, ड्रग कंट्रोलर जनरल ऑफ इंडिया जो इस टाइम हैगी है डॉक्टर VG समोनी। सो तुहानूं ध्यान होएगा कि लास्ट वीक ही इन्होंने लास्ट संडे जिहड़ा है इन्होंने एक प्रेस कॉन्फ्रेंस की ते इंडिया दीयां 2 ड्रग्स नूं जिहड़ियां है 2 दवाइयां नूं कोरोना दीयां 2 दवाइयां नूं इन्होंने अप्रूवल दी। पहली दवाई कोविशील्ड जिहड़ी बनाई सीरम इंस्टीट्यूट ऑफ इंडिया ने, जिहदे CEO हैगे है मिस्टर आधार पूनावाला। ठीक है, तो ये वैक्सीन जिहड़ी है ये ऑक्सफोर्ड यूनिवर्सिटी के एस्ट्राजेनेका जिहड़ी कंपनी है उनकी वैक्सीन का इंडियन वर्जन है जिन्होंने कहते हैं कोविशील्ड। दूसरी वैक्सीन नूं जिन्होंने अप्रूवल दी वो सीगी कोवैक्सीन बनाई है दोस्तों, सी का सही जवाब आऊगा भारत बायोटेक प्लस ICMR ने। भारत बायोटेक ते ICMR की इन्होंने सपोर्ट ली है। इंडियन काउंसिल ऑफ मैडिकल रिसर्च की गल करिए तो ये 1911 दे विच बनी, न्यू दिल्ली इहदे हैडकुआटर है न्यू दिल्ली दे विच, ते डॉक्टर बलराम भार्गव इहदे करंट जिहड़ी है इंचार्ज हैगी है, डॉक्टर बलराम भार्गव। ठीक है जी, नेक्स्ट क्वेश्चन, पहला क्वेश्चन हो गया। नेक्स्ट क्वेश्चन, ऑपरेशन मेघदूत was launched by Indian Army against the Operation Ababil of Pakistani Army in which of the following year? A 1965, B 1971, C 1984 या D 1999? ऑपरेशन मेघदूत जिहड़ा कि इंडियन आर्मी ने पाकिस्तान दे ऑपरेशन अबाबिल दे विरुद्ध जिहड़ा है ये लॉन्च कीता सीगा, किहड़े साल लॉन्च कीता सी? 1965, 1971, 1984 या 1999? हरी अप गाइस, ऑपरेशन मेघदूत
ऑपरेशन मेघदूत. ओके, सो द राइट आंसर टू दिस क्वेश्चन इज, अगर तुम दोबारा पढ़ना तो पॉज कर लो, अदरवाइज द राइट आंसर इज 1984. सो तुम ईयर देख पा रहे होंगे. अगर आप बाकी ईयर्स की गल करिए, 1965 भी पाकिस्तान नाल वॉर हुई, 1971 च भी हुई ते 1999 च भी कारगिल वॉर हुई. 1984 ਦੇ ਵਿੱਚ ऑपरेशन मेघदूत ਜਿਹੜਾ ਹੈ ਉਹਨੂੰ ਲਾਂਚ ਕੀਤਾ ਗਿਆ ਸੀ. ਹੁਣ ਇਹ ਇਸ ਵੀਕ ਦਾ ਹੀ ਕੁਐਸਚਨ ਕਿਉਂ ਬਣਿਆ, ਕਿਉਂਕਿ ਕਰਨਲ ਬੁੱਲ ਕੁਮਾਰ, ਕਰਨਲ ਬੁੱਲ ਕੁਮਾਰ, ਇਹਨਾਂ ਨੂੰ ਬੁੱਲ ਜਿਹੜਾ ਹੈ ਨਾ ਇਹਨਾਂ ਦਾ ਨਿਕਨੇਮ ਸੀਗਾ, ਕਰਨਲ ਬੁੱਲ ਕੁਮਾਰ ਜਿਹੜੇ ਹੈ ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਦੇਹਾਂਤ ਹੋਇਆ ਸੀਗਾ ਇਸ ਹਫਤੇ. ਠੀਕ ਹੈ, ਸੋ ਉਹ ਜਿਹੜੇ ਹੈ ਉਹ ਮੇਨ ਜਾਣੇ ਜਾਂਦੇ ਹੈ ਆਪਰੇਸ਼ਨ ਮੇਘਦੂਤ ਦੀ ਵਜ੍ਹਾ ਨਾਲ. ਠੀਕ ਹੈ, ਆਪਰੇਸ਼ਨ ਮੇਘਦੂਤ ਜਿਹੜਾ ਕਿ ਇੰਡੀਅਨ ਆਰਮੀ ਨੇ 13 ਅਪ੍ਰੈਲ 1984 ਨੂੰ ਲਾਂਚ ਕੀਤਾ ਸੀਗਾ. ਸਿਆਚਿਨ ਗਲੇਸ਼ੀਅਰ ਦੇ ਉੱਪਰ ਪਾਕਿਸਤਾਨ ਨੇ ਆਪਰੇਸ਼ਨ ਅਬਾਬੀਲ ਜਿਹੜਾ ਹੈ ਉਹ ਚਲਾਇਆ ਸੀਗਾ ਉਹਦੇ ਤੇ ਕਬਜ਼ਾ ਲੈਣ ਵਾਸਤੇ. ਤਾਂ ਕਰਕੇ ਜਿਹੜਾ ਹੈ ਇੰਡੀਆ ਨੇ ਵੀ ਜਿਹੜਾ ਹੈ ਆਪਰੇਸ਼ਨ ਚਲਾਇਆ, ਆਪਰੇਸ਼ਨ ਮੇਘਦੂਤ. ਆਪਰੇਸ਼ਨ ਮੇਘਦੂਤ ਜਿਹੜਾ ਚਲਾਇਆ, ਉਸ ਆਪਰੇਸ਼ਨ ਦੇ ਤਹਿਤ ਜਿਹੜਾ ਹੈ ਆਪਾਂ ਸਿਆਚਿਨ ਗਲੇਸ਼ੀਅਰ ਦੇ ਉੱਪਰ ਜਿਹੜਾ ਹੈ ਆਪਦਾ ਜਿਹੜਾ ਹੈ ਉਹ ਝੰਡਾ ਲਹਿਰਾਤਾ ਸੀਗਾ. ਠੀਕ ਹੈ, ਸੋ ਆਪਰੇਸ਼ਨ ਮੇਘਦੂਤ ਹੈ ਜੀ 1984 ਦੇ ਵਿੱਚ. एक क्वेश्चन हो रहा है, अगर थोनों कदे पूछा जाए ऑपरेशन विजय, ऑपरेशन विजय, ठीक है, तो कमेंट बॉक्स के दसो ऑपरेशन विजय कदों कदों चलाया गया. ऑपरेशन विजय 2 बारी चलाया गया, एक बार तो 1961 ਦੇ ਵਿੱਚ, 1961 ਦੇ ਵਿੱਚ ਕੀਤਾ ਗਿਆ ਇਹ 1961 ਦੇ ਵਿੱਚ ਜਦੋਂ ਗੋਆ ਨੂੰ ਆਜ਼ਾਦ ਕਰਵਾਇਆ ਪੁਰਤਗਾਲੀਆਂ ਤੋਂ. ਦੂਸਰਾ 1999 ਦੇ ਵਿੱਚ ਜਦੋਂ ਆਪਾਂ ਕਾਰਗਿਲ ਵॉर ਸੀਗਾ. ਠੀਕ ਹੈ ਜੀ, ਇਹ ਸੀਗਾ ऑपरेशन विजय. नेक्स्ट, Bhutta Singh, who passed away recently, was associated with which of the following profession? Bhutta Singh जी जिन्हां दा recent ਦੇ ਵਿੱਚ ਦੇਹਾਂਤ ਹੋਇਆ ਹੈ, ਉਹ ਇਹਨਾਂ ਚੋਂ ਕਿਹੜੇ profession ਨਾਲ relate ਕਰਦੇ ਸੀ? A science, B cinema, C sports ਜਾਂ D politics? Science, cinema, sports ਜਾਂ politics? ਕਿਹਦੇ ਨਾਲ relate ਕਰਦੇ ਸੀ ਜੀ? Mr. Bhutta Singh. Bhutta Singh, ਧਿਆਨ ਨਾਲ ਪੜੋ ਕੌਣ ਸੀਗੇ. अगर तुसीं इन्हां दिनां दे विच पढ़िया है तो बूटा सिंह जी रिलेट करते सी जी पॉलिटिक्स नाल, पॉलिटिक्स नाल रिलेट करते सी. ही वाज अ कांग्रेसमैन, कांग्रेस दे बहुत ही दिग्गज नेता सीगे. बूटा सिंह जी जिहड़े है 8 टाइम्स लोक सभा मैंबर लै चुके सी. बहुत वड्डी गल है, 8 वारी जिहड़े है ये लोक सभा दे मैंबर रही. ठीक है जी. उस तो बाद अगर आपां गल करिए तो ये फॉर्मर होम मिनिस्टर सीगे राजीव गांधी जी दी गवर्नमेंट दे विच. फॉर्मर होम मिनिस्टर, ठीक है जी, राजीव गांधी गवर्नमेंट ਦੇ ਵਿੱਚ ਇਹ ਹੋਮ ਮਿਨਿਸਟਰ ਸੀਗੇ. ਤੇ ਫਸਟ ਟਾਈਮ ਜਦੋਂ ਇਹ ਲੋਕ ਸਭਾ ਪਹੁੰਚੇ, ਉਹ ਪਹੁੰਚੇ ਸੀ 1962 ਦੇ ਵਿੱਚ. ਕਿਹੜੀ ਕਨਸਟੀਟੂਐਂਸੀ ਤੋਂ? ਮੋਗਾ ਕਨਸਟੀਟੂਐਂਸੀ ਤੋਂ. ਸੋ ਇਹ ਚੀਜ਼ਾਂ ਤੁਸੀਂ ਬੂਟਾ ਸਿੰਘ ਜੀ ਦੇ ਬਾਰੇ ਯਾਦ ਰੱਖਣੀਆਂ. ਨੈਕਸਟ ਕੁਐਸਚਨ, ਦੀਪੋਰ ਬੀਲ. ਦੀਪੋਰ ਬੀਲ is the famous Ramsar site located in which of the following state? ਸੋ ਦੀਪੋਰ ਬੀਲ ਇੱਕ ਰਾਮਸਰ ਸਾਈਟ ਨਿਊਜ਼ ਦੇ ਵਿੱਚ ਰਹੀ, ਇਹ ਇਹਨਾਂ ਚੋਂ ਕਿਹੜੀ ਸਟੇਟ ਦੇ ਵਿੱਚ ਹੈ? Is it A उत्तर प्रदेश, B असम, C उत्तराखंड या D वेस्ट बंगाल? हाँ जी, so the right answer is B असम. असम ਜਿਹੜਾ ਹੈ ਇਹਦਾ ਸਹੀ ਜਵਾਬ ਹੈ. in fact this is Assam's only Ramsar site. असम ਦੀ ਇਹ ਇੱਕੋ ਇੱਕ ਰਾਮਸਰ ਸਾਈਟ ਹੈ ਜਿਹੜੀ ਕਿ ਸਟੇਟ ਦੀ असम ਸਟੇਟ ਦੀ ਹੈ. ਬਟ ਜਿਹੜਾ ਹੈ ਅਗਰ ਆਪਾਂ ਇਹ ਕਿਉਂ ਨਿਊਜ਼ ਦੇ ਵਿੱਚ ਰਹੀ, ਇਹ ਨਿਊਜ਼ ਦੇ ਵਿੱਚ ਰਹੀ ਕਿ असम ਗਵਰਨਮੈਂਟ ਨੇ ਜਿਹੜੀ ਕਮਿਊਨਿਟੀ ਫਿਸ਼ਿੰਗ ਹੈ, ਕਮਿਊਨਿਟੀ ਫਿਸ਼ਿੰਗ ਤੇ ਜਿਹੜੀ ਹੈ ਉਹ ਰੋਕ ਲਗਾਈ ਹੈ ਦੀਪੋਰ ਬੀਲ ਤੇ ਡਿਊ ਟੂ एनवायरमेंट डिग्रेडेशन. ਸੋ ਤਾਂ ਕਰਕੇ ਜਿਹੜਾ ਹੈ ਇਹ ਨਿਊਜ਼ ਦੇ ਵਿੱਚ ਸੀਗੀ. ਹੁਣ ਅਗਰ ਮੈਂ ਜਿਹੜਾ ਤੁਹਾਡੇ ਤੋਂ 2-3 ਜਿਹੜੇ ਕੁਐਸਚਨ ਅਗਰ ਮੈਂ ਇੱਥੇ ਰਿਲੇਟਡ ਪੁੱਛਣਾ ਚਾਹੂੰਗਾ. अगर आप गल करिए आसन कंजरवेशन रिजर्व, आसन कंजरवेशन रिजर्व, ये इन्ना चार आही चार अगर ऑप्शन है तो कितने किंदे च है आसन कंजरवेशन रिजर्व. फिर अगर मैं क्वेश्चन पूछा वो है नवाबगंज. नवाबगंज ये जी रामसर साइट है ये इन्ना चो किंदे विच है? ये 2 क्वेश्चनों के जवाब दो मैनूं, आसन ते नवाबगंज. ओके हाँ जी, कमेंट्स फटाफट. आसन, सब तो पहला आसन बारे दसो, मिक्स हो रही है. आसन बारे दसो. आसन है जी यूके, दैट इज उत्तराखंड. ये नवाबगंज कितने च है? नवाबगंज है उत्तर प्रदेश दे विच, यूपी दे विच नवाबगंज, ये रामसर साइट है. ठीक है जी. चलो नेक्स्ट, काइसम ओमार्ट टोकायेव.
ठीक है जी। काइसम ओमाट टोकायेव इज द प्रेजिडेंट ऑफ विच कंट्री? केड़ी कंट्री दे प्रेजिडेंट है जी काइसम ओमाट टोकायेव? इज इट ए बांग्लादेश, बी रशिया, सी टर्की या डी कजाकिस्तान? केड़ी कंट्री दे प्रेजिडेंट है काइसम जोमाट टोकायेव? काइसम ओमार टोकायेव। सो ओके, हरी अप ए बी सी डी की जवाब देंगे? मिले जुले जवाब आ रहे हैं, की जवाब देंगे? सो राइट आंसर विल बी दी कजाकिस्तान। वाई इट इज सो? वाई कजाकिस्तान इन न्यूज? क्यों आप ऐसे कंट्री दे ही प्रेजिडेंट का नाम क्यों पूछा? बिकॉज कजाकिस्तान इज इन न्यूज बिकॉज इन्होंने जी डेथ पेनल्टी होंगी है, ठीक है, डेथ पेनल्टी उन्होंने हमेशा वास्ते एबोलिश करता। डेथ पेनल्टी ਨੂੰ ਐਬੋਲਿਸ਼ ਕਰਨ ਵਾਲਾ ਜਿਹੜਾ ਇਹ ਕੰਟਰੀ ਬਣੀ ਹੈ ਕਜ਼ਾਕਿਸਤਾਨ। ਕਜ਼ਾਕਿਸਤਾਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੈਪੀਟਲ ਹੈ ਨੂਰ ਸੁਲਤਾਨ। ਪਹਿਲਾਂ ਐਸੇ ਸ਼ਹਿਰ ਦਾ ਨਾਮ ਸੀ ਅਸਥਾਨਾ, ਲੇਕਿਨ ਬਾਅਦ ਇਹਨੂੰ ਨੂਰ ਸੁਲਤਾਨ ਕੀਤਾ ਗਿਆ ਤੇ ਕਰੰਸੀ ਹੈ टेंग, ਨੂਰ ਸੁਲਤਾਨ ਤੇ टेंग। ਹੁਣ ਅਗਰ ਮੈਂ कुछ क्वेश्चन दसा पूछा या मैं तुहानू दसदा ही है, ठीक है। वाई बांग्लादेश इज इन न्यूज़? अगर आप पिछले कुछ टाइम की गल करिए बांग्लादेश क्यों न्यूज़ दे विच है? बांग्लादेश की न्यूज़ के डिफरेंट कारण है, ठीक है। पहला रीजन है भाषण 4 आयरलैंड, भाषण 4 आयरलैंड, ठीक है। ये आयरलैंड की है जी? ये आयरलैंड बांग्लादेश के अंडर आंदा है। तो क्यों न्यूज़ दे विच है? क्योंकि रोहिंग्या मुस्लिम्स, रोहिंग्या जी कम्यूनिटी है ਜਿਹੜੀ कि म्यांमार के रखीन स्टेट ਦੇ ਵਿੱਚ काफ़ी समय तक ਜਿਹੜੀ है ਰਹਿੰਦੀ ਸੀਗੀ, लेकिन ਉੱਥੇ ਜਿਹੜੇ ਐਥਨਿਕ ਵॉर्स ਹੋਏ, ਐਥਨਿਕ ਕਲੈਸ਼ਿਸ ਹੋਏ ਹਨਾ, ਉਹਦੇ ਕਰਕੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਗਿਆ ਤੇ ਇਹ ਭੱਜ ਕੇ ਕਿੱਥੇ ਆ ਗਏ? ਬੰਗਲਾਦੇਸ਼ ਦੇ ਵਿੱਚ ਇੱਕ ਜਗ੍ਹਾ ਹੈ ਕੋਕਸ ਬਾਜ਼ਾਰ, ਜਿਹੜੀ म्यांमार ਦੀ ਬਾਰਡਰ ਦੇ ਨਾਲ ਲੱਗਦੀ ਹੈ। ਇਹ ਸਾਰੇ ਆ ਗਏ ਕੋਕਸ ਬਾਜ਼ਾਰ ਦੇ ਵਿੱਚ। ਕੋਕਸ ਬਾਜ਼ਾਰ ਦੇ ਵਿੱਚੋਂ ਜਿਹੜਾ ਹੈ ਹੁਣ ਉੱਥੇ ਕਾਫੀ ਜਿਹੜਾ ਹੈ ਇਹ ਡਿਸਪਿਊਟ ਹੈ ਕਿ ਇਹ ਆਪਣੇ ਦੇਸ਼ ਦੇ ਨਹੀਂ ਹੈਗੇ, म्यांमार ਉਹਨਾਂ ਨੂੰ ਲੈਣ ਤੋਂ ਮਨਾ ਕਰਦਾ ਹੈ, ਬਾਕੀ ਸਾਰੇ ਦੇਸ਼ ਵੀ ਜਿਹੜੇ ਆਸੇ-ਪਾਸੇ ਦੇ ਆ ਉਹਨਾਂ ਨੂੰ ਲੈਣਾ नहीं चाहते। सो बांग्लादेश ने एक सोल्यूशन कढ़िया है कि बांग्लादेश के कोलों एक आयरलैंड आता है भाषण 4 आयरलैंड, जिंदे ते जिहड़ी सत्ता या प्रभुता हैगी है वो उहदे ते है बांग्लादेश कोलों ही। सो भाषण 4 आयरलैंड दे विच इन्हां ने डिसाइड किया कि असीं सारे रोहिंग्या मुस्लिम्स नूं भाषण 4 आयरलैंड ते रखांगे। वैसे ये भी डिस्प्यूटेड मुद्दा है क्योंकि एनवायरमेंट जिहड़े एनालिसिस्ट है उन्होंने दस्सिया है कि भाषण 4 आयरलैंड बहुत ही जल्दी जिहड़ा है वो बाढ़ नाल जिहड़ा है वो डूबण दी स्थिति दे विच है। सो भाषण 4 आयरलैंड तां इंपोर्टेंट है। दूसरी अगर आप गल करिए तो बांग्लादेश न्यूज़ दे विच है क्योंकि बांग्लादेश ने फर्स्ट टाइम किसी कंट्री नाल पीटीए किया है। पीटीए की है प्रेफरेंशियल ट्रेड एग्रीमेंट, ठीक है जी, प्रेफरेंशियल ट्रेड एग्रीमेंट जिंदे विच वो आपदे कुछ प्रोडक्ट्स जिहड़े है उस कंट्री नूं देगा ते उन्हां तों लएगा कुछ टैक्स की छूट दे नाल। वो इन्हां ने पहली बारी किया जी भूटान दे नाल। मीनस पहली बारी बांग्लादेश ने किसी भी कंट्री नाल प्रेफरेंशियल ट्रेड एग्रीमेंट किया है तो वो कंट्री किहड़ी है? भूटान हैगी है। तीसरा एक आपां तीसरा की है बांग्लादेश दे जिवें अपने राष्ट्रपिता आपां कहने कि फादर ऑफ द नेशन महात्मा गांधी, उस तरह फादर ऑफ बांग्लादेश जिहड़े कहे जांदे है वो है शेख मुजीबुर रहमान। शेख मुजीबुर रहमान जिहड़ी है इन्हां दी 2020 दे विच ना 100वीं वर्षगांठ सीगी। ये इन्हां दा बर्थ होया सी 12 मार्च 1920, ठीक है जी। ये फाउंडर ऑफ बांग्लादेश कहे जाते हैं। वैसे तो 1975 दे विच इन्हां नूं असासीनेट कर दिता गया सी, मार दिता गया सी। सो 1920 सो इस साल जिहड़ी इन्हां दी 2020 100वीं वर्षगांठ जिहड़ी इन्हां दी सीगी। सो तां करके पूरे एक साल लई उस ते काफ़ी जिहड़े कार्यक्रम है वो भी हो रहे हैं, प्लस नाल दी नाल जिहड़ा है UN ने यूनाइटेड नेशन ने मुजीबुर रहमान जी दे नाम ते एक जिहड़ा अवार्ड है वो भी जिहड़ा है लॉन्च किया है। ये बांग्लादेश के पहले प्रेजिडेंट भी सीगे, बाद जिहड़े है आज़ादी तो बाद प्रधानमंत्री भी बने, ठीक है। उस तो बाद जिहड़े इस टाइम बांग्लादेश की प्रधानमंत्री है श्रीमती शेख हसीना, उन्हां दे फादर हैगे, यानी कि इन्हां दी ही बेटी है शेख हसीना जो इस टाइम प्राइम मिनिस्टर है, ठीक है जी। सो बांग्लादेश इन्हां कारणा करके न्यूज़ दे विच है। चौथा कारण आप अज ही किया है कि 122 जिहड़े सोल्जर है वो इंडिया के रिपब्लिक डे दे विच परेड ਦੇ ਵਿੱਚ ਹਿੱਸਾ ਲੈਣਗੇ। ਸੋ ਦੋਸਤੋ ਜਦੋਂ ਵੀ ਤੁਸੀਂ ਕਿਸੇ ਕੰਟਰੀ ਨੂੰ ਦੇਖਦੇ ਹੋ, ਕਿਸੇ ਸਟੇਟ ਨੂੰ ਦੇਖਦੇ ਹੋ ਜਾਂ ਕਿਸੇ ਵੀ ਚੀਜ਼ ਨੂੰ ਦੇਖਦੇ ਹੋ ਤਾਂ ਤੁਹਾਨੂੰ ਨਾਲ ਪਤਾ ਹੋਣਾ ਚਾਹੀਦਾ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਇਹ ਚੀਜ਼ ਕਿਉਂ ਨਿਊਜ਼ ਦੇ ਵਿੱਚ ਹੈ। ਫਿਰ ਅਗਰ ਆਪਾਂ ਰਸ਼ੀਆ ਦੀ ਗੱਲ ਕਰੀਏ, ਵਾਈ ਰਸ਼ੀਆ ਇਜ਼ ਇਨ ਨਿਊਜ਼, ਤੋਂ 2020 ਦੇ ਵਿੱਚ ਇੱਕ ਚੀਜ਼ ਆਈ ਸੀਗੀ ਕਿ ਰਸ਼ੀਆ ਜਿਹੜਾ ਹੈ ਇਹ ਇਹਦੇ ਜਿਹੜੇ ਪ੍ਰੈਜ਼ੀਡੈਂਟ ਹੈ ਵਲਾਦੀਮੀਰ ਪੁਤਿਨ ਜਿਹੜੇ ਹੈ ਉਹ 2036 ਤੱਕ ਇਸ ਦੇਸ਼ ਦੇ ਰਾਸ਼ਟਰਪਤੀ ਬਣੇ ਰਹਿ ਸਕਦੇ ਹੈ।
टर्की बारे अगर आप गल करिए तो टर्की भी न्यूज़ दे विच सीगा, क्योंकि टर्की की गवर्नमेंट ने एक लॉ बनाया नवा, उस लॉ के तहत जिहड़ा है जिहड़े डिफरेंट सिविल सोसाइटीज़ है या डिफरेंट NGOs है उन्हां ते नज़र रखी जाएगी कि जिहड़े वो मास डिस्ट्रक्शन दे जिवें बंब हुंदे आ ना, मास डिस्ट्रक्शन दे कोई भी इक्विपमेंट या हथियार ना बना सकन। सो ये क्वेश्चन सीगा जी। नेक्स्ट क्वेश्चन, Anil Panachuran was a noted poet lyrist in which language? Anil Panachuran इन्हां चों जिहड़े है किहड़ी लैंग्वेज दे जाने माने कवि या जिहड़े गीतकार जिहड़े है वो सीगे? इज इट ए कन्नड़, बी उर्दू, सी मलयालम या डी उड़िया? कन्नड़, उर्दू, मलयालम, उड़िया इन्हां चों एक किंदे जिहड़े है ये पोइट ते लिरिस्ट सीगे? हरी अप गाइस। So you have only 5 seconds for this. 5 4 3 2 1 ओके। सो आंसर तो आ रही है लेकिन हाँ चलो देखते हैं आप। द राइट आंसर इज मलयालम। ये सीगे जी मलयालम दे अनिल पानाचूरन जिहड़े है ये मलयालम लैंग्वेज दे पोइट ते लिरिस्ट सीगे। अगर तुसी किसी होर चीज़ दे विच कन्फ्यूज होए, अगर तुहानूं लग्या उर्दू, तो उर्दू दे जिहड़े है एस फारूकी जी, इन्हां दा भी रीसेंट दे विच देहांत होया सीगा। एस फारूकी, ठीक है जी, एस फारूकी जी का देहांत होया सीगा, जिन्हां दा एक फेमस नॉवल है कितने चांद, बहुत चांद थे कितने आसमान, ठीक है, ये एक इन्हां दा ना नॉवल सीगा। अगर तुसी कन्फ्यूज होए उड़िया दे विच तां उड़िया दे एक ऑथर सीगे शांतनु मोहापात्रा, उन्हां दा भी रीसेंट दे विच देहांत होया है। बट अनिल पानाचूरन जिहड़े है वो मलयालम नाल रिलेट करदे। What is the trans fat level in edibles to be achieved by year 2022 as per Food Safety and Standard Authority of India? So Food Safety and Standard Authority of India दी जिहड़ी डायरेक्शंस है उनके मुताबिक 2022 साल तक इंडिया ने एडिबल्स जिहड़े वनस्पति हुंदे है या रिफाइंड जिहड़े घी हुंदे है उन्हां दे विच ट्रांस फैट दा कितना लेवल मंजूर होएगा 2022 तक? इज इट ए 10%, is it B 5%, is it C 3% और is it D 2%? कितना होएगा जी फटाफट? 10%, 5%, 3% या 2%? So the right answer is only 2%. Only 2% will be allowed. So देखो ट्रांस फैट की हुंदा है? ट्रांस फैट हुंदा है जिहड़े आर्टिफिशियल फैट्स जिहड़े है, चिकनाई जिहड़ी हुंदी है उहनूं आपां अगर पंजाबी लैंग्वेज गल करिए तो वो किन्नी क पाई जांदी है, ठीक है। आपां कहने ना फास्ट फूड ना खाओ, सो फास्ट फूड दे विच की हुंदा है या फिर जदों किसी तेल नूं वारी-वारी तलिया जांदा है, वारी-वारी उहनूं गर्म कीता जांदा है तो उहदे विच ट्रांस फैट दी मात्रा वध जांदी है। सो ट्रांस फैट दी मात्रा स्टार्टिंग तो जिहड़ा है एडिबल्स दे विच किन्नी कीती जाएगी 2022 तक 3%। अगर मैं इत्थे दसां 2023 WHO ने टारगेट लिता है, 2023 WHO ने एक टारगेट लिता है कि ट्रांस फैट जिहड़े है पूरे वर्ल्ड दे फूड्स दे विच की करने हैं? जीरो करने हैं, जीरो। क्योंकि ट्रांस फैट ही वो है जिहड़ा दिल दे जिहड़ियां बीमारियां हुंदियां उन्हां सारा दा कारण बनता है, ठीक है। सो ट्रांस फैट इंडिया ने की कीता सी? सब तो पहला 2011 दे विच इस चीज़ दा संज्ञान लिता सीगा ते उदों इंडिया ने कहा सीगा कि ट्रांस फैट किन्ने होने चाहिए है? 10%। फिर 2015 तक क्या कि किन्ने होने चाहिए है? 5%। हुण क्या है कि 2021 तक किन्ने होने चाहिए है? 3%। ते 2022 तक किन्ने होने चाहिए है? 2%। सो ये तुसीं याद रखना है, 10% 2011, 5% 2015, 3% 2021 ते 2% 2022। Digital Payment Index has been launched by which of the following body in India? Digital Payment Index किन्ना ने लॉन्च किया जी? डिजिटल पेमेंट इंडेक्स है कि आप देख सकीए पूरे जिहड़े इंडिया दे विच कि किन्ना जिहड़ा डिजिटल पेमेंट है वो मतलब आपदे पैर पसार रहा है। अच्छी गल ये वैसे बहुत ज़्यादा कि डिजिटल पेमेंट किन्ना क वध रहा है, ठीक है। कि जिवें आप जाने आप थ्रू कार्ड पेमेंट करते हैं, थ्रू पेटीएम या थ्रू मोबीक्विक या थ्रू फोन पे आप डिफरेंट वॉलेट्स नाल जिहड़ी पेमेंट करते हैं वो हुंदी है डिजिटल पेमेंट। सो डिजिटल पेमेंट इंडिया च किन्नी क वध रही है कि पिछले साल नालों किन्नी वधी, फिर किन्नी वधी, तो कोई ना कोई बेस भी लेना पऊगा। बेस चलो मैं दसदा, पहला आंसर दसो इहदा। NPCI, रिजर्व बैंक ऑफ इंडिया, फिक्की या CII? सो द राइट आंसर इज रिजर्व बैंक ऑफ इंडिया। रिजर्व बैंक ऑफ इंडिया ने इहनूं लॉन्च किया है, बेस लिता है मार्च 2018, मार्च 2018 ਨੂੰ बेस लैके इनू लॉन्च किया है, ठीक है जी। NPCI ਤੁਹਾਨੂੰ पता ही है, NPCI ਜਿਹੜਾ है ये सारे ਜਿਹੜੀ रिटेल पेमेंट ਹੁੰਦੀ है इंडिया ਦੇ ਵਿੱਚ ਉਹਦੀ मेन बॉडी है NPCI 2008 ਚ बनी ਸੀ। फिक्की है फेडरेशन ऑफ इंडियन चैंबर ऑफ कॉमर्स एंड इंडस्ट्री, ये ਜਿਹੜੀਆਂ डिफरेंट इंडस्ट्रीज है उन्होंने आपस में बॉडी है। CII भी सेम है, CII कन्फेडरेशन ऑफ इंडियन इंडस्ट्रीज।
World Braille Day is observed on which date every year, which is the birth anniversary of Louis Braille? ਲੂਇਸ ਬ੍ਰੇਲ ਦੀ ਜੀ ਬਰਥ ਐਨੀਵਰਸਰੀ ਜਿਹਨੂੰ ਕਿ ਵਰਲਡ ਬ੍ਰੇਲ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਇਹਨਾਂ ਚੋਂ ਕਿਹੜੇ ਦਿਨ ਜਿਹੜੀ ਹੈ ਹਰ ਸਾਲ ਮਨਾਈ ਜਾਂਦੀ ਹੈ? A 3rd January, B 1st January, C 4th January and D 6th January? ਕੀ ਜਵਾਬ ਆਏਗਾ ਜੀ? ਹਰੀ ਅਪ। World Braille Day. World Braille Day is celebrated on which date every year? So the right answer to this question is C, that is 4th January. 4th January ਨੂੰ World Braille Day ਹੁੰਦਾ ਹੈ ਤੇ 4th January ਨੂੰ ਜਿਹੜੀ ਹੈ ਇਹ ਉਹਨਾਂ ਨੇ ਜਿਹੜੀ ਲੂਇਸ ਬ੍ਰੇਲ ਜਿਹੜਾ ਹੈ ਲੂਇਸ ਬ੍ਰੇਲ ਜਿਹੜੇ ਸੀਗੇ ਇਹਨਾਂ ਨੇ ਇੱਕ ਜਿਹੜੀ ਹੈ 6 ਡੋਟ ਜਿਹੜੀ ਟੈਕਨੀਕ ਹੈ ਉਹ ਬਣਾਈ ਸੀਗੀ। ਉਹਦੇ ਨਾਲ ਕੀ ਹੈ ਜਿਹੜੇ ਵਿਜ਼ੂਅਲੀ ਚੈਲੰਜ ਜਾਂ ਵਿਜ਼ੂਅਲੀ ਇੰਪੇਅਰਡ ਜਿਹੜੇ ਲੋਕ ਹੁੰਦੇ ਆ ਉਹ ਉਸ ਨਾਲ ਜਿਹੜਾ ਹੈ ਉਹ ਉਹਨਾਂ ਦੀ ਇੱਕ ਲਿਪੀ ਹੈ ਜਿਹਦੇ ਨਾਲ ਉਹ ਫੈਸਿਲਿਟੇਟ ਹੁੰਦੇ ਆ ਕੋਈ ਵੀ ਚੀਜ਼ ਪੜ੍ਹਨ ਵਾਸਤੇ। ਸੋ 4 ਜਨਵਰੀ ਉਹ ਹੈ। 1 ਜਨਵਰੀ ਅਗਰ ਆਪਾਂ ਕਰੀਏ ਤਾਂ ਇਹ ਹੁੰਦਾ ਗਲੋਬਲ ਫੈਮਿਲੀਜ਼ ਡੇ। 6 ਜਨਵਰੀ ਅਗਰ ਆਪਾਂ ਕਹੀਏ ਤਾਂ ਇਹ ਜਰਨਲਿਸਟ ਡੇ ਹੁੰਦਾ ਹੈ ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਮਨਾਇਆ ਜਾਂਦਾ ਹੈ, ਜਰਨਲਿਸਟ ਡੇ। ਠੀਕ ਹੈ, ਚਲੋ ਨੈਕਸਟ। National Meteorology Conclave was organized recently by CSIR on its 75th anniversary. Who of the following has inaugurated this conclave? So World Meteorology Day ਨੂੰ ਜਿਹੜੀ ਹੈ ਇਹ ਰੀਸੈਂਟ ਦੇ ਵਿੱਚ ਮਨਾਈ ਗਈ World Meteorology Conclave ਜਿਹੜੀ ਕਿ CSIR Council of Scientific and Industrial Research ਦੀ 75ਵੀਂ ਵਰਸ਼ਗਾਂਠ ਤੇ ਇਹ ਮਨਾਈ ਗਈ। ਸੋ ਇਹਨਾਂ ਚੋਂ ਜਿਹੜਾ ਹੈ ਕਿਹਨਾਂ ਨੇ ਇਹਨੂੰ ਇਨੋਗ੍ਰੇਟ ਕੀਤਾ? Is it our Science and Technology and Earth Sciences Minister ਸ਼੍ਰੀ ਹਰਸ਼ਵਰਧਨ ਜੀ ਜਿਨ੍ਹਾਂ ਦੀ ਕਨਸਟੀਟੂਐਂਸੀ ਹੈ ਚਾਂਦਨੀ ਚੌਕ ਨਿਊ ਦਿੱਲੀ, ਔਰ ਆਪਣੇ ਜਿਹੜੇ ਹੈ ਆਪਣੇ ਕਾਮਰਸ ਦੇ ਮਿਨਿਸਟਰ ਜਾਂ ਆਪਣੇ ਰੇਲ ਮੰਤਰੀ ਜਾਂ ਇਸ ਟਾਈਮ ਇੱਕ ਕੰਜ਼ਿਊਮਰ ਅਫੇਅਰ ਦੇ ਮਿਨਿਸਟਰ ਸ਼੍ਰੀ ਪਿਊਸ਼ ਗੋਇਲ ਜੀ, ਜਾਂ ਫਿਰ ਆਪਣੇ ਸਪੋਰਟਸ ਦੇ ਤੇ ਯੂਥ ਅਫੇਅਰਸ ਦੇ ਮਿਨਿਸਟਰ ਕਿਰਨ ਰਿਜੀਜੂ ਜੀ, ਜਾਂ ਫਿਰ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ। ਕਿਹਨਾਂ ਨੇ ਜਿਹੜਾ ਹੈ ਇਹਨੂੰ ਇਨੋਗ੍ਰੇਟ ਕੀਤਾ ਐਸ ਵਰਲਡ ਨੈਸ਼ਨਲ ਮੈਟਰੋਲੋਜੀ ਕਨਕਲੇਵ ਨੂੰ? ਸੋ ਦੀ ਰਾਈਟ ਆਨਸਰ ਇਜ਼ ਡੀ, ਨਰਿੰਦਰ ਮੋਦੀ ਜੀ। ਕਿਉਂਕਿ ਜਿਹੜੀ CSIR ਹੁੰਦੀ ਹੈ ਨਾ, ਕਾਉਂਸਿਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ, ਜਗ੍ਹਾ ਜਗ੍ਹਾ ਤੇ ਇਹਨਾਂ ਦੀ ਕਾਫੀ ਲੈਬਸ ਹੈ, ਚੰਡੀਗੜ੍ਹ ਵੀ ਹੈਗੀ ਹੈ ਸੈਕਟਰ 20 ਦੇ ਵਿੱਚ। ਇਹਦੇ ਜਿਹੜੇ ਮੇਨ ਜਿਹੜੇ ਚੇਅਰਪਰਸਨ ਹੁੰਦੇ ਆ ਉਹ ਪ੍ਰਧਾਨ ਮੰਤਰੀ ਹੀ ਹੁੰਦੀ ਹੈ। In recently announced Bloomberg Billionaires Index 2021, what is the rank of Mr. Mukesh Ambani? So Mr. Mukesh Ambani ਜੀ ਦਾ ਕੀ ਰੈਂਕ ਰਿਹਾ Bloomberg Billionaire Index ਜਿਹੜਾ ਕਿ ਐਸੇ ਵੀਕ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ? Is it first rank, 5th rank, 9th rank or 12th rank? ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੋਈ ਹੈ ਨਾ ਕਿ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਹੈਗੇ ਆ, ਪਹਿਲਾਂ ਜੈਫ ਬਿਜੋਸ ਹੁੰਦੇ ਸੀਗੇ ਆਪਣੇ ਐਮਾਜ਼ੋਨ ਦੇ ਜਿਹੜੇ ਮਾਲਕ, ਬਟ ਹੁਣ ਜਿਹੜਾ ਹੈ ਉਹਨਾਂ ਨੂੰ ਇਲਨ ਮਸਕ ਜਿਨ੍ਹਾਂ ਦੀ ਸਪੇਸ ਐਕਸ ਕੰਪਨੀ ਵੀ ਹੈ, ਜਿਨ੍ਹਾਂ ਦੀ ਟੈਸਲਾ ਕੰਪਨੀ ਵੀ ਹੈ, ਸੋ ਉਹਨਾਂ ਨੇ ਉਹਨਾਂ ਨੂੰ ਬਾਈਪਾਸ ਜਿਹੜਾ ਹੈ ਉਹ ਜਿਹੜਾ ਹੈ ਕਰਤਾ ਹੈ। ਠੀਕ ਹੈ, ਸੋ ਅਗਰ ਆਪਾਂ ਗੱਲ ਕਰੀਏ ਸੋ ਇਹਦਾ ਕੀ ਆਨਸਰ ਆਏਗਾ? ਇਹਦਾ ਆਨਸਰ ਆਏਗਾ 12th। ਸੋ ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਕੋਰਡਿੰਗ ਮੁਕੇਸ਼ ਅੰਬਾਨੀ ਦਾ ਕਿੰਨਵਾਂ ਰੈਂਕ ਹੈ? 12th ਰੈਂਕ। ਪੰਕਜ ਮਿੱਥਲ has taken oath as the new Chief Justice of which of the following High Court in India? ਪੰਕਜ ਮਿੱਥਲ ਜੀ ਨੇ ਇਹਨਾਂ ਚੋਂ ਕਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਸ਼ਪਥ ਲਿੱਤੀ ਹੈ? Is it A ਆਂਧਰਾ ਪ੍ਰਦੇਸ਼, B ਜੰਮੂ ਐਂਡ ਕਸ਼ਮੀਰ, C ਉੱਤਰ ਪ੍ਰਦੇਸ਼ ਔਰ D ਤੇਲੰਗਾਨਾ? ਕਿੱਥੋਂ ਦੀ ਲਿੱਤੀ ਹੈ ਜੀ? ਆਂਧਰਾ ਪ੍ਰਦੇਸ਼ ਦੀ, ਜੰਮੂ ਕਸ਼ਮੀਰ ਦੀ, ਉੱਤਰ ਪ੍ਰਦੇਸ਼ ਦੀ ਜਾਂ ਤੇਲੰਗਾਨਾ ਦੀ? ਹਰੀ ਅਪ ਗਾਇਸ। So the right answer to this question is Jammu and Kashmir. Jammu and Kashmir ਦੇ ਜਿਹੜੇ ਪਹਿਲੇ ਚੀਫ ਜਸਟਿਸ ਸੀਗੇ ਸ਼੍ਰੀਮਤੀ ਗੀਤਾ ਮਿੱਤਲ, ਉਹਨਾਂ ਦੀ ਰਿਟਾਇਰਮੈਂਟ ਹੋਈ ਹੈ। ਸੋ ਤਾਂ ਕਰਕੇ ਪੰਕਜ ਮਿੱਥਲ ਜੀ ਨੂੰ ਉੱਥੋਂ ਦਾ ਜਿਹੜਾ ਹੈ ਨਿਊ ਅਗਰ ਆਪਾਂ ਕਹੀਏ ਚੀਫ ਜਸਟਿਸ ਉੱਥੋਂ ਦਾ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਹੈ। ਠੀਕ ਹੈ ਜੀ, ਕੌਣ ਅਪਾਇੰਟ ਕਰਦਾ ਚੀਫ ਜਸਟਿਸ ਨੂੰ? ਓਥ ਕੌਣ ਦਵਾਉਂਦਾ ਹੈ? ਗਵਰਨਰ। ਅਗਰ ਆਪਾਂ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ, ਆਂਧਰਾ ਪ੍ਰਦੇਸ਼ ਦੇ ਵੀ ਨਵੇਂ ਚੀਫ ਜਸਟਿਸ ਬਣੇ ਹੈ ਅਰੂਪ ਕੁਮਾਰ ਸਿੰਘ। ਠੀਕ ਹੈ ਜੀ, ਉੱਤਰ ਪ੍ਰਦੇਸ਼ ਦੇ ਨਹੀਂ ਬਣੇ। ਅਗਰ ਆਪਾਂ ਤੇਲੰਗਾਨਾ ਦੀ ਗੱਲ ਕਰੀਏ ਤਾਂ ਤੇਲੰਗਾਨਾ ਦੇ ਵੀ ਨਵੇਂ ਚੀਫ ਜਸਟਿਸ ਬਣੇ ਹੈ। ਇਹ ਵੀ ਕਾਫੀ ਇੰਪੋਰਟੈਂਟ ਹੈ, ਸ਼੍ਰੀਮਤੀ ਹੀਮਾ ਕੋਹਲੀ, ਐਂਡ ਸ਼ੀ ਇਜ਼ ਦੀ ਫਸਟ ਫੀਮੇਲ ਚੀਫ ਜਸਟਿਸ ਆਫ ਤੇਲੰਗਾਨਾ। ਸੋ ਤੇਲੰਗਾਨਾ ਦੀ ਪਹਿਲੀ ਫੀਮੇਲ ਚੀਫ ਜਸਟਿਸ ਹੈ ਸ਼੍ਰੀਮਤੀ ਹੀਮਾ ਕੋਹਲੀ। ਇਹਨਾਂ ਨੇ ਵੀ ਜਿਹੜਾ ਹੈ ਇਹ ਵੀ ਸਵਰਨ ਇਨ ਹੋ ਚੁੱਕੀ ਹੈ ਤੇ ਇਹ ਵੀ ਸਵਰਨ ਇਨ ਹੋ ਚੁੱਕੇ ਹੈ, ਅਰੂਪ ਕੁਮਾਰ ਸਿੰਘ ਆਂਧਰਾ ਪ੍ਰਦੇਸ਼ ਦੇ ਤੇ ਪੰਕਜ ਮਿੱਥਲ ਜੰਮੂ ਐਂਡ ਕਸ਼ਮੀਰ। ਤਾਨਸੇਨ ਫੈਸਟੀਵਲ is organized every year by which state of India? ਕਿਹੜੀ ਸਟੇਟ ਮਨਾਉਂਦੀ ਹੈ ਜੀ ਤਾਨਸੇਨ ਫੈਸਟੀਵਲ?
तानसेन फैसटीवल किहड़ी स्टेट के द्वारा मनाया जाता है? हाँ जी, द राइट आंसर इज मध्य प्रदेश। मध्य प्रदेश के ग्वालियर दे विच जिहड़ा है ये हर साल जिहड़ा तानसेन फैसटीवल है ये मनाते हैं। ठीक है, सो ये तुसीं याद रखना है, तानसेन फैसटीवल। India's first test bed for autonomous navigation, named as Tihan, has been launched in which of the following institute? Is it IISc Bengaluru? Is it B ISRO? Is it C IIT Hyderabad or D IIT Madras? So India the first test bed for autonomous navigation. तिहान, तिहान की फुल फॉर्म भी दस देना, टेक्नोलॉजी इनोवेशन हब फॉर ऑटोनोमस नेविगेशन। टेक्नोलॉजी इनोवेशन हब फॉर ऑटोनोमस नेविगेशन 135 करोड़ रुपए की लागत के नाल DST ने ग्रांट दी है। किन्नू ग्रांट दी है? IIT हैदराबाद नूं। IIT हैदराबाद नूं जिहड़ी है ये ग्रांट दी गई डिपार्टमेंट ऑफ साइंस एंड टैक्नोलॉजी के द्वारा। सो उत्थे उन्होंने जिहड़ा तिहान है इंडिया का पहला टेस्ट बैड जिथे कि ऑटोनोमस जिहड़ी नैविगेशन है उन्होंने टेस्ट किया जा सकता है। सो ये है जी IIT हैदराबाद दे विच। हुण दोस्तों आप एक थोड़ा जा अज मैं एक नवा छोटा जा चेंज किया है, वो की है मोस्ट इंपोर्टेंट स्टैटिक जिहड़े MCQ यानी कि स्टैटिक जिहड़े क्वेश्चन है जिहड़े कि तुहाडे एग्जाम दे विच तुहानूं देखण नूं मिल सकदे है, जिहड़े किथे ना किथे पूरे अगर आप ईयर की गल करिए पिछले 6 मंथ की या पिछले 12 मंथ्स की उदों कुछ घटनावां होईयां तां उन्हां नाल कोई क्वेश्चन रिलेट करदा होया इंपोर्टेंट स्टैटिक क्वेश्चन किदां दे बन सकदे है वो तुहाडे सामने है। फर्स्ट क्वेश्चन यानी कि अज दा 16th क्वेश्चन। सो देखो जी, choose the correct combination of the books with their related authors। सो एक पासे जिहड़ियां है बुक्स दी गई हैं, ब्री डिजिटल, श्रीदेवी गर्ल वुमेन सुपर पावर, मेकिंग ऑफ न्यू इंडिया, ते दूसरी तरफ दिते गए है कुछ राइटर्स के नाम। सो तुसी देखना जी इन्हां नूं चूज दी करैक्ट कंबीनेशन, आपस दे विच जिहड़ा है बुक्स दे नाल इन्हां दा कंबीनेशन जिहड़ा है वो इकट्ठा करना है। सो की कंबीनेशन आएगा जी, किहड़ा जवाब आएगा ABCD चों? फटाफट 10 सेकंड्स यू हैव, फटाफट आपदे कोलों 1 2 3 4 लिखो, उहदे नाल ABCD जिहड़ा है वो मैच करो ते फटाफट ऑप्शन जिहड़ा है वो कमेंट बॉक्स दे विच दसो की ऑप्शन आएगा जी। हाँ जी, हरी अप। So the right answer to this question is 1B, 2A, 3D and 4C। 1 दा B ब्री डिजिटल। ब्री डिजिटल जिहड़ा है वो टाटा ग्रुप के चेयरमैन N चंद्रशेखरन जी ने लिखिया सीगा। ठीक है, फिर अगर आप गल करिए श्रीदेवी गर्ल वीमेन सुपर पावर ये लिखिया सी जी सत्यार्थ नायक जी ने। मेकिंग ऑफ न्यू इंडिया लिखिया सी नीति आयोग के मैंबर डॉक्टर विवेक डेबरॉय जी ने। ते दी गेटवे जिहड़ा सीनियर सिटीजन के उपर बुक लिखी सी मिस्टर हरिहरन बालागोपाल। ये ईयर 2020 के काफ़ी जिहड़ियां इंपोर्टेंट बुक्स सीगियां। ठीक है जी, सो इनका जवाब आएगा जी पहले का B, दूसरे का A, तीसरे का D, चौथे का C। नेक्स्ट क्वेश्चन, Which of the following statements are correct about the Election Commission of India? इलेक्शन कमीशन बारे इन्हां चों किहड़ी स्टेटमेंट सही है? फर्स्ट CEC of India was Sukumar Sen। Second, National Voters Day is celebrated on 25th Jan as the Election Commission of India was established on 25th Jan 1948। Third is National Voters Day is being celebrated since year 2001। सो दसो जी फटाफट इन्हां चों किहड़ियां स्टेटमेंट या किहड़ी स्टेटमेंट जिहड़ी है वो सही है? ABCD जवाब जल्दी दिओ, 10 सेकंड्स यू हैव। 1 2 3 इधर लिखो 1 2 ते 3 किहड़ी स्टेटमेंट सही है किहड़ी स्टेटमेंट गलत है? चलो फिर आओ फिर आप सॉल्व करते हैं। फर्स्ट है जी फर्स्ट चीफ इलेक्शन कमीशन ऑफ इंडिया वाज सुकुमार सेन, बिल्कुल ठीक है जी, पहले चीफ इलेक्शन कमिश्नर सुकुमार सेन सीगे। नेशनल वोटर्स डे सेलिब्रेटेड ऑन 25th Jan, बिल्कुल ठीक है, बस इत्थों तक तो ठीक है। एज द इलेक्शन कमीशन ऑफ इंडिया वाज एस्टैब्लिश्ड ऑन 25th Jan, इत्थों तक भी ठीक है। 1948 नहीं, 1948 नहीं, इत्थे आएगा 1950। तो दूजी स्टेटमेंट गलत है। तुसी हर चीज नूं ध्यान नाल देखना है पूरा, ठीक है, हर चीज तुहानूं जिहड़ी है इदां दी डिटेल एक डिटेल जिहड़ी है तुहानूं डिटेल च आनी चाहिए है, एक डिटेल च आनी चाहिए है। चलो अच्छा बन गया ना। नेशनल वोटर्स डे इज बीइंग सेलिब्रेटेड सिंस ईयर 2001, की ये गल सही है? नहीं सही।
ਜਿਹੜਾ ਹੈ ਇਹ ਸਟੇਟਮੈਂਟ ਵੀ ਗਲਤ ਹੈ ਕਿਉਂਕਿ 2011 ਤੋਂ ਨੈਸ਼ਨਲ ਵੋਟਰਸ ਡੇ ਸੈਲੀਬ੍ਰੇਟ ਹੋਣ ਲੱਗਿਆ ਹੈ। ਸੋ ਸਹੀ ਜਵਾਬ ਇਹਦਾ ਕੀ ਹੈ ਜੀ? ਸਹੀ ਜਵਾਬ ਹੈ ਓਨਲੀ 1, that is ਪਹਿਲੀ ਸਟੇਟਮੈਂਟ ਹੀ ਸਹੀ ਹੈ, ਬਾਕੀ ਸਾਰੀਆਂ ਸਹੀ ਨਹੀਂ ਹੈਗੀਆਂ। Which of the following statements are correct about the Legislative Council as per Constitution of India? India Constitution of India ਦੇ according Legislative Council यानी कि विधान परिषद बारे इन्हां चों किहड़ियां गल्लां सही हैगियां, ठीक है। सो गल करते हैं जी विधान परिषद दी। हाँ जी पढ़ो जी फटाफट क्वेश्चन पढ़ो। पहली है it is a permanent body and 1/3 members retire every 2 years just like Rajya Sabha. Second, as per Article 169, the power to create and abolish the legislative council of any state is vested in Parliament only. Third, in India, currently there are 6 states in which legislative assembly is existed. ठीक है, सो पढ़ो जी तीनों स्टेटमेंटा पढ़ो, की आंसर आएगा ਇਹਦੇ ਚੋਂ ਦੱਸੋ। ठीक है जी, ਇੱਥੇ ਆਪਾਂ ਲਿਖ ਲੈਂਦੇ ਆ 1 2 ਤੇ 3 ਲੈਜਿਸਲੇਟਿਵ ਕਾਉਂਸਿਲ ਬਾਰੇ ਆ तीनों स्टेटमेंटा। हाँ जी हरी अप, की आंसर आएगा ABCD, फटाफट पढ़ो। चलो सॉल्व करते हैं जी। एक परमानेंट बॉडी है जस्ट लाइक राज्य सभा ते 1/3 मैंबर ਜਿਹੜੇ ਹੈ ਰਿਟਾਇਰ ਹੋ ਜਾਂਦੇ ਹੈ ਐਵਰੀ 2 ਈਅਰ। ਬਿਲਕੁਲ ਠੀਕ ਹੈ ਜੀ, ਜਿਸ ਤਰ੍ਹਾਂ ਕੇਂਦਰ ਦੇ ਵਿੱਚ ਰਾਜ ਸਭਾ ਹੁੰਦੀ ਹੈ ਉਸੇ ਤਰ੍ਹਾਂ ਸਟੇਟਸ ਦੇ ਵਿੱਚ ਵਿਧਾਨ ਪਰਿਸ਼ਦ ਹੋ ਸਕਦੀ ਹੈ। ਮੈਂ ਨਹੀਂ ਕਹਿ ਰਿਹਾ ਹੁੰਦੀ ਹੈ, ਹੋ ਸਕਦੀ ਹੈ, ਕੁਝ ਸਟੇਟਾਂ ਦੇ ਵਿੱਚ ਹੈਗੀ ਹੈ, ਠੀਕ ਹੈ। ਕਿੰਨੀਆਂ ਸਟੇਟਾਂ 'ਚ ਹੈਗੀ ਹੈ ਅੱਗੇ ਆਪਾਂ ਦੇਖਦੇ ਹਾਂ। आर्टिकल 169 कहता है कि पावर टू क्रिएट एंड एबोलिश द लेजिस्लेटिव काउंसिल ऑफ एनी स्टेट इज वेस्टेड इन पार्लियामेंट ओनली। आर्टिकल 169 कहता है कि पार्लियामेंट कोलों ही अथॉरिटी है किसी भी स्टेट की लेजिस्लेटिव काउंसिल नूं बनाउण दी या खत्म करन दी। बिल्कुल ठीक है जी। ये क्वेश्चन ही क्यों बनया 2020 ईयर ਦੇ ਵਿੱਚ ਆਂਧਰਾ ਪ੍ਰਦੇਸ਼ ਨੇ ਜਿਹੜਾ ਹੈ ਇਹ ਇੱਕ ਆਪਦੇ ਕੋਲੋਂ ਪਾਸ ਕਰਕੇ ਕੇਂਦਰ ਨੂੰ ਭੇਜਿਆ ਸੀਗਾ ਕਿ ਅਸੀਂ ਲੈਜਿਸਲੇਟਿਵ ਕਾਉਂਸਿਲ ਨੂੰ ਖਤਮ ਕਰਨਾ ਚਾਹੁੰਦੇ ਹਾਂ। In India there are 6 states in which legislative assembly is existing। ਬਿਲਕੁਲ ਠੀਕ ਹੈ। ਜੰਮੂ ਕਸ਼ਮੀਰ ਬਣਨ ਤੋਂ ਪਹਿਲਾਂ ਇੱਥੇ 7 ਸਟੇਟਸ ਆਂਦਾ ਸੀਗਾ, ਬਟ ਜੰਮੂ ਕਸ਼ਮੀਰ ਨੂੰ ਜਦੋਂ ਦਾ ਯੂਨੀਅਨ ਟੈਰੀਟਰੀ ਬਣਾਇਆ ਹੈ, ਠੀਕ ਹੈ, ਸੋ ਇੱਥੇ 6 ਸਟੇਟ ਆਂਦੀਆਂ। ਇਹ 6 ਕਿਹੜੀਆਂ ਤੁਸੀਂ ਕੰਬੀਨੇਸ਼ਨ ਦੇ ਵਿੱਚ ਯਾਦ ਰੱਖ ਲਓ। ਇਹ ਹੈਗੀਆਂ ਜੀ ਇੱਕ ਤਾਂ ਆਂਧਰਾ ਪ੍ਰਦੇਸ਼, ਤੇਲੰਗਾਨਾ, ਦੋਨੋਂ ਪਹਿਲਾਂ ਇਕੱਠੀ ਸੀ ਨਾ, ਆਂਧਰਾ ਪ੍ਰਦੇਸ਼ ਤੇਲੰਗਾਨਾ। ਦੂਸਰਾ यूपी बिहार ਨੂੰ ਵੀ ਇਕੱਠਾ ਲਿਖਿਆ ਜਾਂਦਾ ਨਾ, यूपी बिहार। ਫਿਰ ਹੈ ਜੀ ਮਹਾਰਾਸ਼ਟਰ ਤੇ ਕਰਨਾਟਕਾ, ਠੀਕ ਹੈ ਜੀ। ਇਹਨਾਂ 6 ਦੇ ਵਿੱਚ ਜਿਹੜੀ ਲੈਜਿਸਲੇਟਿਵ ਕਾਉਂਸਿਲ ਹੈਗੀ ਹੈ। ਓਕੇ ਹੈ ਜੀ। ਚਲੋ ਨੈਕਸਟ ਕੁਐਸਚਨ, ਆਨਸਰ ਹੈ all are correct। Which of the following statements are correct about the fundamental rights provided by the Constitution of India? ਆਪਣੇ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ ਜਿਹੜੇ ਦਿੱਤੇ ਗਏ ਹੈ ਕਿ ਉਹਨਾਂ ਚੋਂ ਕਿਹੜੀ ਸਟੇਟਮੈਂਟ ਸਹੀ ਹੈ। These are borrowed from USA and France। Yes, oh sorry, पर ये तुसी देखना यस है कि गलत है। All the fundamental rights can be suspended during emergency except Article 21 only। हुण मैं yes no कुछ नहीं बोलूंगा। Article 15, 16, 19, 29 and 30 are the articles which can be availed by Indian citizens only। है ना, थोड़ी जी पर्ची सिटी गई मेरे तो, बाकी कोई गल नहीं। तुसी देखो इनका की जिहड़ा सही जवाब आएगा। की जवाब आएगा ओनली 1 and 2 आएगा, ओनली 2 and 3 आएगा, ओनली 1 and 3 आएगा, या ऑल आर करेक्ट आएगा। सो फंडामेंटल राइट्स ਜਿਹੜੇ ਸੰਵਿਧਾਨ ਦੇ ਵਿੱਚ ਦਿੱਤੇ ਗਏ ਹੈ ਉਹਨਾਂ ਫੰਡਾਮੈਂਟਲ ਰਾਈਟਸ ਬਾਰੇ ਆ 3 ਸਟੇਟਮੈਂਟਾਂ ਤੁਹਾਡੇ ਸਾਹਮਣੇ ਹੈ। ਤੁਸੀਂ ਜਵਾਬ ਦੇਣਾ ਹੈ ਕਿਹੜੀ ਸਹੀ ਹੈ ਕਿਹੜੀ ਗਲਤ ਹੈ। हाँ जी यस, ओके। सो गल करते हैं जी, सॉल्व करिए फिर आप। ठीक है, तुम जवाब तो दे रहे हो लेकिन आप सॉल्व करते हैं। चलो पहली स्टेटमेंट तो मेरे मूँह चों निकल ही गया सी, वो यस हैगी है, बिल्कुल सही है जी। USA ते फ्रांस चों ये सारे राइट दिते हुए है, ताई इन्हां नूं मैगना कार्टा भी कहते हैं। मैगना MAG मैगना कार्टा भी कहते हैं कॉन्स्टिट्यूशन का, क्योंकि ये एनफोर्सेबल हैगे है। ठीक है, USA तो भी लिते हुए है ते उन्हां दे भी रूल ऑफ लॉ हैगे है ते इहनूं इंडिया का भी मैगना कार्टा कहते हैं। सैकेंड स्टेटमेंट जी है, सैकेंड कहती है कि ऑल दी फंडामेंटल राइट्स कैन बी सस्पेंडिड ड्यूरिंग एमरजेंसी। ये आप जर्मनी तो लिता सीगा ना कि सस्पेंड किए जा सकते हैं एमरजेंसी दे विच, एक्सेप्ट 21 ओनली। नहीं, ये स्टेटमेंट गलत है। एक्सेप्ट 20 and 21 ओनली। राइट टू लाइफ थोड़ी ना किसी तो लिता जा सकता है, चाहे जिन्नी मर्जी एमरजेंसी लगी होवे। सो दूसरी स्टेटमेंट गलत है। तीसरी स्टेटमेंट कहती है आर्टिकल 15
ਆਰਟੀਕਲ 16, ਆਰਟੀਕਲ 19, 29 ਤੇ 30 ਆਰ ਦੀ ਆਰਟੀਕਲਸ ਵਿਚ ਕੈਨ ਬੀ ਅਵੇਲਡ ਬਾਈ ਇੰਡੀਅਨ ਸਿਟੀਜ਼ਨਸ ਓਨਲੀ। ਇਹ ਬਿਲਕੁਲ ਸਹੀ ਹੈ, ਠੀਕ ਹੈ। ਇਹ ਤੁਸੀਂ ਇਹਨਾਂ ਦੀ ਡਿਟੇਲ, ਇਹ ਤੁਹਾਡਾ ਹੋਮਵਰਕ ਹੈ, ਤੁਸੀਂ ਡਿਟੇਲ ਜਿਹੜੀ ਹੈ ਦੀ ਪੜ੍ਹਨੀ ਹੈ ਕਿ ਇਹ ਸਾਰੇ ਆਰਟੀਕਲ ਸਿਰਫ ਇੰਡੀਅਨ ਸਿਟੀਜ਼ਨਸ ਨੂੰ ਹੀ ਦਿੱਤੇ ਜਾ ਸਕਦੇ ਹੈ। ਸੋ ਦੀ ਰਾਈਟ ਆਂਸਰ ਇਜ਼ ਓਨਲੀ 1 and 3। ਪਹਿਲੀ ਤੇ ਤੀਸਰੀ ਸਟੇਟਮੈਂਟ ਠੀਕ ਹੈ। ਅੱਜ ਦਾ ਲਾਸਟ ਕੁਐਸਚਨ ਫਰੈਂਡਸ, which of the following statements are correct about the Shanghai Cooperation Organization? SCO ਬਾਰੇ ਇਹਨਾਂ ਚੋਂ ਕਿਹੜੀ ਸਟੇਟਮੈਂਟ ਸਹੀ ਹੈ ਜਾਂ ਕਿੰਨੀਆਂ ਸਟੇਟਮੈਂਟ ਸਹੀ ਹੈਗੀਆਂ? SCO was founded in 2001 and India and Pakistan are its founding members. Second, its permanent secretariat is in Shanghai, China. Third, Russia is also a member of SCO. ਹਾਂਜੀ ਦੱਸੋ ਜੀ, ਸ਼ਾਬਾਸ਼। SCO ਬਾਰੇ ਕੁਝ ਸਟੇਟਮੈਂਟ ਤੁਹਾਨੂੰ ਦਿੱਤੀਆਂ ਗਈਆਂ, ਤੁਸੀਂ ਇਹ ਦੱਸਣਾ ਹੈ ਵੀ ਕਿਹੜੀਆਂ-ਕਿਹੜੀਆਂ ਸਟੇਟਮੈਂਟ ਇਹਨਾਂ ਚੋਂ ਸਹੀ ਹੈਗੀਆਂ। ਇਜ਼ ਇਟ A ਓਨਲੀ 1 and 2, B ਓਨਲੀ 3, C ਓਨਲੀ 1 and 3 ਤੇ D ਸਾਰੀਆਂ ਹੀ ਗਲਤ ਹੈ। ਸੋ ਕੀ ਆਏਗਾ ਜੀ ਇਹਦਾ SCO ਬਾਰੇ, ਸ਼ੰਘਾਈ ਕੋਰਪੋਰੇਸ਼ਨ ਆਰਗੇਨਾਈਜੇਸ਼ਨ। ਹਾਂਜੀ ਠੀਕ ਹੈ, ਠੀਕ, ਚਲੋ ਕਰੀਏ ਫਿਰ ਸੋਲਵ ਕਰਦੇ ਹਾਂ, ਠੀਕ ਹੈ। ਟਾਈਮ ਥੋੜਾ ਜਿਹਾ ਘੱਟ ਹੈ, ਇਹਨੂੰ ਸੋਲਵ ਕਰਦੇ ਹਾਂ। ਫਸਟ ਕੀ ਲਿਖਦੇ ਹਾਂ, 1 2 ਤੇ 3, ਠੀਕ ਹੈ ਜੀ। ਪਹਿਲੀ ਸਟੇਟਮੈਂਟ, ਸ਼ੰਘਾਈ SCO ਵਾਸ ਫਾਊਂਡਡ ਇਨ 2001, ਇੱਥੋਂ ਤੱਕ ਠੀਕ ਹੈ। ਐਂਡ ਇੰਡੀਆ ਐਂਡ ਪਾਕਿਸਤਾਨ ਆਰ ਇਟਸ ਫਾਊਂਡਿੰਗ ਮੈਂਬਰ। ਨੋ, ਇੰਡੀਆ ਤੇ ਪਾਕਿਸਤਾਨ ਮੈਂਬਰ ਬਣੇ ਸੀ 2017 ਦੇ ਵਿੱਚ। ਸੋ ਪਹਿਲੀ ਸਟੇਟਮੈਂਟ ਗਲਤ ਹੈ। ਦੂਜੀ ਸਟੇਟਮੈਂਟ, ਇਟਸ ਪਰਮਾਨੈਂਟ ਸੈਕਟਰੀਏਟ ਇਜ਼ ਸ਼ੰਘਾਈ ਚਾਈਨਾ। ਅਗਰ ਸ਼ੰਘਾਈ ਕੋਰਪੋਰੇਸ਼ਨ ਆਰਗੇਨਾਈਜੇਸ਼ਨ ਹੈ ਤਾਂ ਕੀ ਸ਼ੰਘਾਈ 'ਚ ਹੀ ਹੋਏਗਾ? ਦੇਖਣ 'ਚ ਤਾਂ ਸਹੀ ਲੱਗ ਰਿਹਾ ਹੈ ਬਟ ਇਹ ਗਲਤ ਹੈ, ਠੀਕ ਹੈ। ਕਿੱਥੇ ਹੈ ਹੈਡਕੁਆਟਰ? ਬੀਜਿੰਗ ਚਾਈਨਾ ਦੇ ਵਿੱਚ, ਬੀਜਿੰਗ ਚਾਈਨਾ 'ਚ ਹੈਡਕੁਆਟਰ ਹੈ। ਸੋ ਇਹ ਗਲਤ ਹੈ ਸਟੇਟਮੈਂਟ, ਠੀਕ ਹੈ। ਤੀਸਰੀ ਸਟੇਟਮੈਂਟ, ਰਸ਼ੀਆ ਇਜ਼ ਆਲਸੋ ਏ ਮੈਂਬਰ ਆਫ SCO। ਹਾਂ ਬਿਲਕੁਲ ਇਹ ਠੀਕ ਹੈ। ਸੋ ਓਨਲੀ 3, ਠੀਕ ਹੈ। ਅਗਰ ਤੁਸੀਂ ਦੇਖਣਾ ਹੋਵੇ ਕਿ ਮੈਂਬਰ ਕਿਹੜੇ-ਕਿਹੜੇ ਹੁੰਦੇ ਆ, ਇਹਦਾ ਸਹੀ ਜਵਾਬ ਹੈ ਜੀ ਓਨਲੀ 3। ਅਗਰ ਦੇਖਣਾ ਹੋਵੇ ਤੀਸਰੀ ਸਟੇਟਮੈਂਟ ਵਾਸਤੇ, ਜਦੋਂ ਵੀ ਆਵੇ SCO ਤੁਸੀਂ ਯਾਦ ਰੱਖਣਾ ਹੈ TRUCK, ਟਰੱਕ ਇੰਡੋ ਪਾਕ। ਇੰਡੋ ਪਾਕ ਬਾਰਡਰ ਤੇ ਮੰਨ ਲਓ ਇੱਕ ਟਰੱਕ ਖੜਾ ਹੈ, ਬਸ ਉਹ ਟਰੱਕ ਦਾ K ਡਬਲ ਲਗਾਣਾ ਹੈ। ਤਾਂ ਕਿਹੜੇ-ਕਿਹੜੇ ਮੈਂਬਰ ਹੈ? ਤਜਿਕਿਸਤਾਨ, ਰਸ਼ੀਆ, ਉਜ਼ਬੇਕਿਸਤਾਨ, ਚਾਈਨਾ, ਕਜ਼ਾਕਿਸਤਾਨ, ਕਿਰਗਿਸਤਾਨ, ਇੰਡੀਆ, ਪਾਕਿਸਤਾਨ। ਇੰਡੀਆ ਪਾਕਿਸਤਾਨ ਬਾਅਦ 'ਚ ਹੈ ਤਾਂ ਇਹ 2017 'ਚ ਮੈਂਬਰ ਬਣੇ ਸੀ। ਦੁਬਾਰਾ ਸੁਣ ਲਓ, ਤਜਿਕਿਸਤਾਨ, ਰਸ਼ੀਆ, ਉਜ਼ਬੇਕਿਸਤਾਨ, ਚਾਈਨਾ, ਕਜ਼ਾਕਿਸਤਾਨ, ਕਿਰਗਿਸਤਾਨ, ਇਹ ਇਹਦੇ ਮੈਂਬਰ ਹੈਗੇ ਆ ਟਰੱਕ ਇੰਡੋ ਪਾਕ SCO ਦੇ ਮੈਂਬਰ, ਠੀਕ ਹੈ ਫਰੈਂਡਸ। ਸੋ ਆਪਦਾ ਜਿਹੜਾ ਹੈ ਸਕੋਰ ਕਮੈਂਟ ਬਾਕਸ ਦੇ ਵਿੱਚ ਲਿਖੋ, ਤੁਸੀਂ 20 ਕੁਐਸਚਨਾਂ ਚੋਂ ਕਿੰਨੇ ਕੁਐਸਚਨ ਜਿਹੜੇ ਹੈ ਉਹ ਸਹੀ ਕਰ ਪਾਏ ਹੋ, ਠੀਕ ਹੈ ਜੀ। ਸੋ ਆਈ ਹੋਪ ਤੁਹਾਡੀ ਪ੍ਰਿਪਰੇਸ਼ਨ ਜਿਹੜੀ ਹੈ ਉਹ ਫੁੱਲ ਫਲੈਸ਼ ਚੱਲ ਰਹੀ ਹੋਏਗੀ। ਐਗਜ਼ਾਮ ਜਿਹੜਾ ਹੈ ਬਹੁਤ ਹੀ ਜਲਦ ਤੁਹਾਡਾ ਆਉਣ ਵਾਲਾ ਹੈ। ਸੋ ਹਾਊ ਟੂ ਪ੍ਰੀਪੇਅਰ ਫॉर ਸੱਚ ਟਾਈਪ ਆਫ ਕੁਐਸਚਨ, ਇਹ ਮੈਂ ਤੁਹਾਨੂੰ ਹਰ ਵਾਰੀ ਦੱਸਦਾ ਕਿ ਡੇਲੀ ਜਿਹੜਾ ਹੈ ਉਹ ਨਿਊਜ਼ਪੇਪਰ ਪੜ੍ਹੋ, ਸਪੈਸ਼ਲੀ ਦਾ ਹਿੰਦੂ। ਆਰਟੀਕਲਸ ਪੜ੍ਹੋ authentic sources ਤੋਂ, ਲਾਈਕ PIB, ਪ੍ਰੈਸ ਇਨਫੋਰਮੇਸ਼ਨ ਬਿਊਰੋ। ਮੇਕ ਯੂਅਰ ਓਨ ਹੈਂਡ ਰਿਟਨ ਨੋਟਸ, ਆਪਦੇ ਨੋਟਸ ਬਣਾਓ, ਚਾਹੇ ਨਿਊਜ਼ਪੇਪਰ ਚੋਂ ਬਣਾਓ ਚਾਹੇ ਕਿੱਥੋਂ ਵੀ ਜਿਹੜੇ ਹੈ ਉਹਦੇ ਚੋਂ, ਤੇ ਉਹਨੂੰ ਵਾਰੀ-ਵਾਰੀ ਜਿਹੜਾ ਹੈ ਉਹ ਰਿਵਾਈਜ਼ ਕਰੋ ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ, ਠੀਕ ਹੈ। ਤੇ ਉਸ ਤੋਂ ਬਾਅਦ ਅਗਰ PPSC ਦਾ ਐਗਜ਼ਾਮ ਦੇਣਾ ਹੈ ਤਾਂ ਲਾਸਟ 1 ਈਅਰ ਦੇ ਕਰੰਟ ਅਫੇਅਰ ਬਿਫੋਰ ਦੀ ਐਗਜ਼ਾਮ ਤੁਹਾਨੂੰ ਕਰਨੇ ਹੀ ਪੈਣਗੇ। ਕੁਐਸਚਨ ਕੋਈ ਵੀ ਪੁੱਛਿਆ ਜਾ ਸਕਦਾ ਹੈ। ਸੋ ਦੋਸਤੋ, ਅਗਰ ਤੁਸੀਂ ਸਾਡੇ ਨਾਲ ਪ੍ਰੀਪੇਅਰ ਕਰਨਾ ਚਾਹੁੰਦੇ ਹੋ ਤਾਂ ਇੱਦਾਂ ਦਾ ਜਿਹੜਾ ਲੈਕਚਰ ਹੈ ਉਹ ਰੋਜ਼ ਆਉਂਦਾ ਹੈ, ਠੀਕ ਹੈ। ਇੱਕ ਲੈਕਚਰ ਦੇ ਵਿੱਚ ਹੀ ਆਈ ਹੋਪ ਤੁਹਾਨੂੰ ਕਾਫੀ ਨੌਲੇਜ ਮਿਲੀ ਹੋਏਗੀ। ਸੋ ਇੱਦਾਂ ਦਾ ਲੈਕਚਰ ਡੇਲੀ ਮਾਰਨਿੰਗ 8 o'clock ਆਉਂਦਾ ਹੈ। ਸੋ ਉਹਦੇ ਲਈ ਤੁਹਾਨੂੰ ਰੇਸ ਅਕੈਡਮੀ ਦੀ ਐਪ ਡਾਊਨਲੋਡ ਕਰਨੀ ਪਏਗੀ ਤੇ ਉਹਦੇ ਤੇ ਜੋ ਵੀ ਕੋਰਸਿਸ ਹੈ ਉਹਦੇ ਤੋਂ ਦੇਖਣੇ ਪੈਣਗੇ। ਤੁਹਾਨੂੰ ਇੰਡੀਵਿਜੂਅਲ ਕੋਰਸ ਵੀ ਮਿਲ ਸਕਦਾ ਹੈ ਕਰੰਟ ਅਫੇਅਰ ਦਾ, ਜਾਂ ਜਿਹੜਾ ਤੁਸੀਂ ਕੰਪਲੀਟ ਬੈਚ ਦਾ ਲੈਣਾ ਚਾਹੁੰਦੇ ਹੋ ਉਹਦੇ 'ਚ ਹੀ ਤੁਹਾਨੂੰ ਇਹ ਵਾਲੇ ਕਰੰਟ ਅਫੇਅਰਸ ਮਿਲ ਸਕਦੇ ਹੈ। ਉਸ ਕਰੰਟ ਅਫੇਅਰਸ ਦੇ ਵਿੱਚ ਆਪਾਂ ਲੇਟੈਸਟ ਕਰੰਟ ਅਫੇਅਰਸ ਕਰਦੇ ਹਾਂ ਪੂਰੀ ਡਿਟੇਲ ਦੇ ਨਾਲ। ਜਿਵੇਂ ਕਿ ਅਗਰ ਆਪਾਂ ਵੀਕ ਦੀਆਂ ਸਿਰਫ 6 ਨਿਊਜ਼ ਕੀਤੀਆਂ ਹੈ, ਲੇਕਿਨ 6 ਤਾਂ ਨਹੀਂ ਹੈ ਨਾ, ਵੀਕ ਦੀਆਂ ਤਕਰੀਬਨ 100 ਦੇ ਕਰੀਬ ਨਿਊਜ਼ ਰਹਿੰਦੀਆਂ। ਸੋ ਉਹ ਸਾਰੀਆਂ ਨਿਊਜ਼ ਜਿਹੜੀਆਂ ਹੈ ਆਪਾਂ ਫੁੱਲ ਡਿਟੇਲ ਦੇ ਵਿੱਚ ਕਰਦੇ ਹਾਂ, ਸਟੈਟਿਕ ਜਨਰਲ ਅਵੇਅਰਨੈਸ ਕਰਦੇ ਹਾਂ ਨਾਲ ਤੇ ਵਿੱਚੋਂ ਕੀ ਜਿਹੜੇ ਹੈ ਲਗਾਤਾਰ ਉਨੇ ਹੀ ਲੈਕਚਰ ਆਪਾਂ ਪਿਛਲੇ 1 ਸਾਲ ਦੇ ਕਰੰਟ ਅਫੇਅਰਸ ਦੇ ਵੀ ਨਾਲ ਲਗਾਉਂਦੇ ਹਾਂ, ਠੀਕ ਹੈ ਜੀ। ਓਕੇ ਫਰੈਂਡਸ, ਫਿਰ ਮਿਲਦੇ ਹਾਂ ਨੈਕਸਟ ਸੰਡੇ ਨੂੰ ਐਸੇ ਕਲਾਸ ਦੇ ਵਿੱਚ, ਤੇ ਜਾਂ ਫਿਰ ਰੇਸ ਅਕੈਡਮੀ ਤੇ ਮਿਲਦੇ ਹਾਂ ਐਪ ਦੇ ਵਿੱਚ ਕੱਲ ਮਾਰਨਿੰਗ, ਠੀਕ ਹੈ ਜੀ। ਓਕੇ ਫਰੈਂਡਸ, ਥੈਂਕ ਯੂ ਸੋ ਮਚ, ਆਲ ਦੀ ਵੈਰੀ ਬੈਸਟ।